ਮਤਲਬ ਢਿੱਡੋਂ ਜੰਮਿਆ ਜਦੋਂ ਦੁਨੀਆ ਤੋਂ ਜਾਂਦਾ ਤਾਂ ਦੁੱਖ ਹਰ ਬੰਦੇ ਨੂੰ ਹੁੰਦਾ, ਪਰ ਸੱਚੀ ਉਸ ਮੁੰਡੇ ਦੇ ਮਾਰਨ ਤੇ ਸਾਰਿਆਂ ਨੂੰ ਇਹ ਹੋਗਾ ਵੀ ਯਾਰ ਮਾਂ-ਬਾਪ ਸੌਖੇ ਹੋ ਗਏ। ਵਾਕਈ ਮੈਨੂੰ ਲੱਗਦਾ ਵੀ ਜਿਹੜੇ ਘਰ 'ਚ ਨਸ਼ਾ ਵੜ ਜਾਂਦਾ, ਤੁਸੀਂ ਇਹ ਨਾ ਸੋਚੋ ਕਿ ਉਹ ਇਕੱਲਾ ਬੰਦਾ ਨਸ਼ਾ ਕਰ ਰਿਹਾ ਹੈ ਨਾ, ਉਹ ਪੂਰੇ ਪਰਿਵਾਰ ਦੀ ਜ਼ਿੰਦਗੀ ਖਰਾਬ ਕਰਦਾ ਪਿਆ। ਪਹਿਲਾਂ ਹੁੰਦਾ ਹੈ ਕਿ ਮਾਂ ਪਿਓ ਕਈ ਵਾਰੀ ਮਜਬੂਰੀ 'ਚ ਆ ਕੇ ਪਰਦਾ ਵੀ ਪਾਉਂਦਾ ਹੈ ਨਾ, ਪਰ ਜਦੋਂ ਸਾਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਫਿਰ ਤਾਂ ਤੁਸੀਂ ਪਰਦੇ ਪਾਉਣ ਜੋਗੇ ਵੀ ਨਹੀਂ ਰਹਿੰਦੇ, ਤੇ ਉਹ ਕਿੰਨੀ ਵੱਡੀ ਗੱਲ ਆ। ਹੁਣ ਆਪਣੇ ਆ ਦਫ਼ਤਰ ਤੋਂ ਆਉਂਦੀ ਹੋਈ ਇੱਕ ਗਲੀ ਲੰਘ ਕੇ ਉਹ IT ਕੰਪਨੀਆਂ ਨੇ ਉੱਥੇ ਸਾਰੀਆਂ, ਉੱਥੇ ਤੁਹਾਨੂੰ ਮੁੰਡੇ ਕੁੜੀਆਂ ਸ਼ਰੇਆਮ ਸਿਗਰਟ ਪੀਂਦੇ ਦਿਸਣਗੇ। ਮੈਂ ਕਿਹਾ ਵੀ ਇਹ ਚੰਗਾ ਸੰਕੇਤ ਨਹੀਂ ਆ। ਮੈਂ ਕਹਿੰਦੀ ਆ ਵੀ ਕੀ ਸਟ੍ਰੈਸ ਰਿਲੀਜ਼ ਕਰਨ ਦਾ ਸਿਰਫ ਇੱਕੋ ਹੀ ਜ਼ਰੀਆ ਕਿ ਤੁਸੀਂ ਨਸ਼ਾ ਕਰ ਲਓ, ਹੈ ਨਾ। ਜਿਵੇਂ ਅੱਗੇ ਘਰਾਂ 'ਚ ਸ਼ਰਾਬ ਕਿੱਡਾ ਵੱਡਾ ਨਸ਼ਾ ਮੰਨਿਆ ਜਾਂਦਾ ਸੀ, ਹੁਣ ਆਪਾਂ ਨੂੰ ਸ਼ਰਾਬ ਨਸ਼ਾ ਲੱਗਦੀ ਹੈ। ਬਿਲਕੁਲ, ਆਪਾਂ ਕਹਿੰਦੇ ਸ਼ੁਕਰ ਆ ਸ਼ਰਾਬ ਹੀ ਪੀਂਦਾ। ਹਰ ਬਿਲਡਿੰਗ 'ਚ ਏਰੀਆ ਬਣਿਆ ਹੋਇਆ ਤੇ ਹਰ ਕੰਪਨੀ ਦੇ ਵਿੱਚ ਜਿੱਥੇ ਦਿਨ ਰਾਤ ਵਾਲਾ ਕੰਮ ਆ ਨਾ, ਵੀ ਲੋਕ ਮਸ਼ੀਨਾਂ ਵਾਂਗੂ ਦਿਨ ਰਾਤ ਲੱਗੇ ਰਹਿੰਦੇ ਨੇਗੇ, ਕਹਿੰਦੇ ਉਹਨਾਂ ਕੰਪਨੀਆਂ ਦੇ ਵਿੱਚ ਇਹ ਚੀਜ਼ ਲੀਗਲ ਕਰ ਦਿੱਤੀ ਗਈ ਆ ਕਿ ਸਮੋਕ ਬ੍ਰੇਕ ਹੋਇਆ ਕਰੂਗੀ। ਇਹਦਾ ਮਤਲਬ ਜਿੱਥੇ ਅਸੀਂ ਨਸ਼ਾ ਘਟਾਉਣ ਦੀ ਗੱਲ ਕਰਦੇ ਆ ਤਾਂ ਇੱਕ ਪਾਸੇ ਨਸ਼ਾ ਵਧਾਉਣ ਦੇ ਲਈ ਵੀ ਬੜੀਆਂ ਸਾਰੀਆਂ ਐਫਰਟਸ ਹੋ ਰਹੀਆਂ ਨੇ, ਹਨਾ। ਉਹ ਕਹਿੰਦੇ ਇਹ ਤਾਂ ਕਹਿੰਦੇ ਬਹੁਤ ਛੋਟੀਆਂ ਗੱਲਾਂ ਨੇ। ਕਹਿੰਦੇ ਅੱਜ ਕੱਲ੍ਹ 8ਵੀਂ ਕਲਾਸ ਦੇ ਬੱਚੇ ਤੋਂ ਉਸ ਏਰੀਏ ਦੇ ਤੁਸੀਂ ਕਿਸੇ ਵੀ ਨਸ਼ਾ ਤਸਕਰ ਦਾ ਨੰਬਰ ਲੈ ਸਕਦੇ ਹੋ। ਇਹ ਬਹੁਤ ਮਾਇਨੇ ਰੱਖਦਾ ਕਿ ਤੁਹਾਡਾ ਨਿਆਣਾ ਕਿਹੋ ਜਿਹੀ ਊਰਜਾ ਵਾਲੇ ਲੋਕਾਂ ਦੇ ਵਿੱਚ ਵਿਚਰ ਰਿਹਾ, ਭਾਵੇਂ ਉਹ ਘਰ ਆ, ਭਾਵੇਂ ਉਹਦੇ ਪੜ੍ਹਨ ਵਾਲੀ ਥਾਂ ਆ, ਭਾਵੇਂ ਉਹ ਕੰਮ ਕਰਨ ਵਾਲੀ ਥਾਂ ਆ, ਹਨਾ। ਅੱਗੇ ਤੁਹਾਡਾ ਆਲਾ ਦੁਆਲਾ ਵੀ ਉਦਾਂ ਦਾ ਹੁੰਦਾ ਸੀਗਾ ਵੀ ਤੁਹਾਨੂੰ ਗਲਤ ਪਾਸੇ ਜਾਣ ਤੋਂ ਰੋਕਦਾ ਸੀ, ਹਨਾ। ਹੁਣ ਸਾਰੇ ਉਹੋ ਜਿਹੇ ਨੇ, ਤੁਹਾਨੂੰ ਰੋਕੇ ਕਿਹੜਾ। ਆਪਾਂ ਨਿਆਣੇ ਨੂੰ ਹਰ ਦੁਨੀਆ ਦੀ ਕਿਤਾਬ ਪੜ੍ਹਾਉਣਾ ਚਾਹੁੰਦੇ ਆ, ਪਰ ਉਹਨੂੰ ਅਸੀਂ ਜ਼ਿੰਦਗੀ ਦਾ ਕੋਈ ਲੈਸਨ ਨਹੀਂ ਪੜ੍ਹਾਉਣਾ ਚਾਹੁੰਦੇ, ਹਨਾ। ਜਿਵੇਂ ਤੁਸੀਂ ਕਿਹਾ ਕਿ ਅੱਗੇ ਨਾ ਪਿੰਡ ਚੋਂ ਵੀ ਲੋਕ ਦੱਸ ਦਿੰਦੇ ਹੁੰਦੇ ਸੀ ਵੀ ਤੁਹਾਡਾ ਨਿਆਣਾ ਗਲਤ ਰਾਹ ਤੇ ਆ ਬਈ, ਇਹਨੂੰ ਕੰਟਰੋਲ ਕਰੋ। ਹੁਣ ਜੇ ਕੋਈ ਦੱਸਣ ਜਾਂਦਾ, ਅਗਲਾ ਕਹਿੰਦਾ ਤੂੰ ਕੀ ਲੈਣਾ। ਸੋਸ਼ਲ ਇੰਪ੍ਰੈਸ਼ਨ ਦੇ ਲਈ ਨਾ ਤੁਸੀਂ ਨਿਆਣਿਆਂ ਨੂੰ ਵੱਡੇ ਸਕੂਲਾਂ, ਵੱਡੀਆਂ ਯੂਨੀਵਰਸਿਟੀਆਂ 'ਚ ਭੇਜੋ ਕਿ ਸਾਡਾ ਨਿਆਣਾ ਤਾਂ ਫਲਾਣੇ ਸਕੂਲ 'ਚ ਪੜ੍ਹਦਾ ਆ, ਸਾਡਾ ਨਿਆਣਾ ਤਾਂ ਫਲਾਣੀ ਯੂਨੀਵਰਸਿਟੀ 'ਚ ਪੜ੍ਹਦਾ ਆ। ਘੱਟੋ ਘੱਟ ਸਾਨੂੰ ਉਸ ਜਗ੍ਹਾ ਦਾ ਮਾਹੌਲ ਦੇਖਣਾ ਚਾਹੀਦਾ ਕਿ ਉੱਥੇ ਕਿਹੋ ਜਿਹਾ ਕਰਾਊਡ ਆ। ਮੈਂ ਹੈਰਾਨ ਹੈਗੀ, ਇੱਕ 6 ਸਾਲ ਦਾ ਬੱਚਾ FIR ਕਰ ਰਿਹਾ ਆਪਣੇ ਮਾਂ-ਬਾਪ ਤੇ ਕਿ ਮੈਂ ਆਪਣੇ ਮਾਂ-ਬਾਪ ਨਾਲੋਂ ਅੱਡ ਰਹਿਣਾ ਚਾਹੁੰਦਾ ਹਾਂ, ਹਨਾ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ। ਪ੍ਰੋਗਰਾਮ ਗੱਲ ਤੇ ਗੱਲ ਵੇਖ ਰਹੇ ਹੋ ਤੁਸੀਂ। ਕੁਝ ਕੁ ਦਿਨ ਪਹਿਲਾਂ ਮੈਂ ਵਰਿਆਮ ਸੰਧੂ ਹੁਣਾਂ ਦੀ ਇੱਕ ਕਹਾਣੀ ਪੜ੍ਹੀ ਸੀ, ਅੰਗ ਸੰਗ। ਇਸ ਕਹਾਣੀ ਦਾ ਵਿਸ਼ਾ ਸੀਗਾ ਕਿ ਜਦੋਂ ਪਰਿਵਾਰ ਦੇ ਵਿੱਚ ਕੋਈ ਨਸ਼ਾ ਕਰਨ ਲੱਗ ਜਾਂਦਾ ਤੇ ਫਿਰ ਉਸ ਆਦਤ ਨੂੰ ਬਾਕੀ ਦੇ ਪਰਿਵਾਰ ਵਾਲੇ ਨੇ ਜਿਹੜੇ ਉਹ ਕਿਵੇਂ ਭੁਗਤਦੇ ਨੇ। ਬੰਦਾ ਸੀਗਾ ਇੱਕ, ਤੇ ਉਹਨੇ ਸਾਰੀ ਜਾਇਦਾਦ ਆਪਣੀ ਨਸ਼ੇ ਦੇ ਲੇਖੇ ਲਾ ਦਿੱਤੀ, ਤੇ ਜਦੋਂ ਉਹ ਮਰਦਾ ਤਾਂ ਉਹਦਾ ਪਰਿਵਾਰ ਸ਼ੁਕਰ ਮਨਾਉਂਦਾ ਹੈ ਕਿ ਸ਼ੁਕਰ ਆ ਇਹ ਜਲਦੀ ਦੁਨੀਆ ਤੋਂ ਰੁਖਸਤ ਹੋ ਗਿਆ, ਨਹੀਂ ਤਾਂ ਜਿਹੜੇ ਬਾਕੀ ਦੇ 4 ਸਿਆੜ ਸੀ ਇਹਨੇ ਉਹ ਵੀ ਵੇਚ ਦੇਣੇ ਸੀ। ਜਿਹੜਾ ਵੀ ਬੰਦਾ ਨਸ਼ਾ ਕਰਦਾ, ਮੈਨੂੰ ਲੱਗਦਾ ਜਦੋਂ ਉਹ ਦੁਨੀਆ ਤੋਂ ਜਾਂਦਾ ਕਿਤੇ ਨਾ ਕਿਤੇ ਉਹਦਾ ਪਰਿਵਾਰ ਬਿਲਕੁਲ ਇਸੇ ਤਰ੍ਹਾਂ ਸੁੱਖ ਦਾ ਸਾਹ ਲੈਂਦਾ, ਕਿਉਂਕਿ ਆਪਾਂ ਕਹਿੰਦੇ ਹੁੰਦੇ ਹਾਂ ਕਿ ਨਸ਼ਾ ਕਰਨ ਵਾਲਾ ਖੁਦ ਨਸ਼ਾ ਨਹੀਂ ਕਰਦਾ, ਨਾਲ ਨਾਲ ਉਹ ਬਾਕੀ ਦੇ ਜੀਅ ਨੇ ਜਿਹੜੇ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਵੀ ਖਾ ਜਾਂਦਾ ਤੇ ਉਹਨਾਂ ਦੇ ਚਾਅ ਵੀ ਖਾ ਜਾਂਦਾ। ਅੱਜ ਆਪਾਂ ਉਹਨਾਂ ਬੱਚਿਆਂ 'ਤੇ ਗੱਲਬਾਤ ਕਰਾਂਗੇ, ਚਾਹੇ ਉਹ ਮੁੰਡੇ ਨੇ ਚਾਹੇ ਉਹ ਕੁੜੀਆਂ ਨੇ। ਬਹੁਤ ਵੱਡੀ ਤਰਾਸਦੀ ਆ ਇਹ ਕਿ ਅੱਜ ਕੱਲ੍ਹ ਕੁੜੀਆਂ ਵੀ ਨਸ਼ਾ ਕਰ ਰਹੀਆਂ ਨੇ, ਕਿ ਨਸ਼ਾ ਤੁਸੀਂ ਕਰਨ ਤਾਂ ਲੱਗ ਜਾਂਦੇ ਹੋ ਪਰ ਤੁਹਾਡੀ ਜ਼ਿੰਦਗੀ 'ਤੇ ਇਹਦਾ ਕਿੰਨਾ ਅਸਰ ਪੈਂਦਾ, ਤੁਹਾਡੇ ਆਰ ਪਰਿਵਾਰ ਆਲੇ ਦੁਆਲੇ 'ਤੇ ਕਿੰਨਾ ਅਸਰ ਪੈਂਦਾ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਜ਼ਿੰਦਗੀ ਆ ਜਿਹੜੀ ਇੱਕੋ ਵਾਰ ਮਿਲਦੀ ਹੈ, ਅਤੇ ਇਸ ਨਿਆਮਤ ਨੂੰ ਤੁਸੀਂ ਸਿਰਫ ਕਿਸੇ ਐਡਿਕਸ਼ਨ ਦੇ ਗੁਲਾਮ ਹੋ ਕੇ ਕਿਵੇਂ ਬੇਕਾਰ ਕਰ ਦਿੰਦੇ ਹੋ। ਅਤੇ ਗੱਲਬਾਤ ਕਰਨ ਲਈ ਆਪਣੇ ਨਾਲ ਗੁਰਦੀਪ ਨੇ, ਉਹਨਾਂ ਨੂੰ ਆਪਾਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਗੁਰਦੀਪ। ਸਤਿ ਸ਼੍ਰੀ ਅਕਾਲ ਭੈਣੇ, ਕਿਵੇਂ ਹੋ? ਵਧੀਆ, ਠੀਕ ਠਾਕ, ਤੁਸੀਂ ਸੁਣਾਓ? ਵਧੀਆ, ਠੀਕ ਠਾਕ। ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਅੱਜ ਦੇ ਗੱਲ ਤੇ ਗੱਲ ਦੇ ਕੱਪੜੇ ਵੀ ਸਾਨੂੰ ਸਪਾਂਸਰ ਕੀਤੇ ਨੇਗੇ। ਇਹ ਜਿਹੜਾ ਸੂਟਾਂ ਦਾ ਕੱਪੜਾ, ਇਹ ਅਪਸਰਾ ਫੈਬਰਿਕ ਪਟਿਆਲੇ ਵਾਲਿਆਂ ਨੇ ਸਾਨੂੰ ਸਪਾਂਸਰ ਕੀਤਾ, ਅਤੇ ਇਹਨਾਂ ਸੂਟਾਂ ਦੀ ਸਿਲਾਈ ਅਤੇ ਡਿਜ਼ਾਈਨਿੰਗ ਕੀਤੀ ਹੈ ਲੀੜੇ ਲੱਤੇ ਬਾਈ ਮਨਦੀਪ ਸੰਧੂ ਹੋਰਾਂ ਨੇ। ਪ੍ਰੋਗਰਾਮ ਦੇ ਇੱਥੇ ਸਕਰੀਨ 'ਤੇ ਤੁਹਾਨੂੰ ਇੱਕ ਪੱਟੀ ਚੱਲਦੀ ਨਜ਼ਰ ਆ ਰਹੀ ਹੋਣੀ ਆ, ਤਾਂ ਇਸ ਪੱਟੀ 'ਤੇ ਦੋਵਾਂ ਦੇ ਹੀ ਫ਼ੋਨ ਨੰਬਰ ਦਿੱਤੇ ਹੋਏ ਨੇ, ਅਤੇ ਅਗਰ ਤੁਸੀਂ ਇਹਨਾਂ ਦਾ ਸੋਸ਼ਲ ਮੀਡੀਆ ਵੇਖਣਾ ਤਾਂ ਪ੍ਰੋਗਰਾਮ ਦੀ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦੇ ਸੋਸ਼ਲ ਮੀਡੀਆ ਕੰਟੈਕਟ ਜਾਂ ਅਕਾਊਂਟਸ ਪਏ ਹੋਏ ਨੇ, ਤੁਸੀਂ ਉਹਨਾਂ ਨੂੰ ਵੀ ਵਿਜ਼ਿਟ ਕਰ ਸਕਦੇ ਹੋ। ਅਤੇ ਜਿਵੇਂ ਤੁਸੀਂ ਕਿਹਾ ਭੈਣੇ ਕਿ ਇੱਕ ਤਾਂ ਮੈਨੂੰ ਲੱਗਦਾ ਕਿ ਵਿਸ਼ਾ ਉਹ ਆ ਜਿਹਦੇ 'ਤੇ ਬਹੁਤ ਜ਼ਿਆਦਾ ਸੰਭਲ ਕੇ, ਸੋਚ ਕੇ, ਵਿਚਾਰ ਕੇ ਗੱਲ ਕਰਨ ਦੀ ਜ਼ਰੂਰਤ ਆ, ਹੈ ਨਾ। ਅਤੇ ਮੈਨੂੰ ਤਾਂ ਇਹ ਵੀ ਲੱਗਦਾ ਕਿ ਸ਼ਾਇਦ ਪਤਾ ਨਹੀਂ ਅੱਜ ਦੇ ਪ੍ਰੋਗਰਾਮ 'ਚ ਉਨੀ ਵਧੀਆ ਗੱਲ ਆਪਾਂ ਰੱਖ ਸਕਾਂਗੇ ਜਾਂ ਨਹੀਂ, ਹੈ ਨਾ, ਮੈਂ ਖਾਸ ਤੌਰ 'ਤੇ।
ਤੇ ਪਰ ਜਿਵੇਂ ਤੁਸੀਂ ਕਿਹਾ ਕਿ ਜ਼ਿੰਦਗੀ ਹੈ ਜਿਹੜੀ ਉਹ ਇੱਕੋ ਵਾਰ ਮਿਲਦੀ ਹੁੰਦੀ ਆ। ਇੱਕ ਵਾਰ ਕਿਸੇ ਨੇ ਗੱਲ ਕਹੀ ਸੀਗੀ, ਕੋਈ ਕੈਂਸਰ ਪੇਸ਼ੈਂਟ ਸੀਗੇ, ਉਹ ਕਹਿੰਦੇ ਕਿ ਜ਼ਿੰਦਗੀ ਦੀ ਜਿਹੜੀ ਕੀਮਤ ਆ ਨਾ ਉਸ ਬੰਦੇ ਨੂੰ ਪੁੱਛ ਕੇ ਦੇਖੋ ਜਿਹਨੂੰ ਪਤਾ ਕਿ ਮੈਂ 6 ਮਹੀਨਿਆਂ ਬਾਅਦ ਮਰ ਜਾਣਾ ਆ, ਹਨਾ। ਤੇ ਕਈ ਦੇਖ ਲਓ ਉਹ ਵੀ ਲੋਕ ਹੁੰਦੇ ਨੇ ਜਿਹੜੇ ਉਸ ਮੌਤ ਨੂੰ ਆਪ ਸਹੇੜਦੇ ਨੇ। ਆਪਾਂ ਨੂੰ ਪਤਾ ਹੁੰਦਾ ਹੈ ਕਿ ਇਸ ਤੋਂ ਜਿਹੜਾ ਅਗਲਾ ਪੜਾਅ ਜਾਂ ਅਗਲਾ ਰਾਹ ਜਾਂ ਇਸ ਤੋਂ ਅੱਗੇ ਦੀ ਜਿਹੜੀ ਜ਼ਿੰਦਗੀ ਆ ਉਹ ਬਿਲਕੁਲ ਹਨੇਰੀ ਆ, ਇਸ ਤੋਂ ਬਾਅਦ ਮੇਰੀ ਜ਼ਿੰਦਗੀ 'ਚ ਮੌਤ ਹੀ ਆਉਣੀ ਆ, ਹਨਾ। ਪਤਾ ਹੁੰਦਿਆਂ ਹੋਇਆ ਵੀ ਅਸੀਂ ਉਸੇ ਰਾਹ ਤੇ ਤੁਰਨਾ ਪਸੰਦ ਕਰਦੇ ਹਾਂ ਕਿ ਹਾਂ ਮੌਤ ਮਨਜ਼ੂਰ ਆ ਪਰ ਤੁਰਨਾ ਸੀ ਇਸੇ ਰਾਹ ਤੇ ਆ, ਬਿਲਕੁਲ। ਹਾਂ, ਜੇ ਤਾਂ ਤੁਸੀਂ ਜਿਵੇਂ ਕਿਸੇ ਚੰਗੇ ਲੇਖੇ ਲੱਗ ਕੇ ਮਰੋ, ਤੁਸੀਂ ਕਿਸੇ ਦੇ ਲਈ ਕੁਝ ਕਰਕੇ ਮਰਦੇ ਹੋ, ਫਿਰ ਤਾਂ ਮੌਤ ਤੁਹਾਡੀ ਮਾਣ ਵਾਲੀ ਹੋ ਜਾਂਦੀ ਹੈ, ਹਨਾ। ਪਰ ਜੇ ਤੁਸੀਂ ਆਪਣੀ ਜ਼ਿੰਦਗੀ ਖਤਮ ਕਰਕੇ ਨਾਲ ਤੁਸੀਂ ਮਾਂ-ਬਾਪ ਦੀ ਵੀ ਜ਼ਿੰਦਗੀ ਖਤਮ ਕਰਕੇ ਜਾਂਦੇ ਹੋ ਤਾਂ ਮੈਨੂੰ ਲੱਗਦਾ ਉਸ ਮੌਤ ਤੇ ਕੋਈ ਬਹੁਤਾ ਅਫਸੋਸ ਵੀ ਨਹੀਂ ਜਤਾਉਂਦਾ, ਹਨਾ। ਜਿਵੇਂ ਤੁਸੀਂ ਇੱਕ ਕਹਾਣੀ ਦਾ ਜ਼ਿਕਰ ਕੀਤਾ ਤੇ ਇਹ ਆਪਾਂ ਵੀ ਦੇਖਿਆ ਹੋਇਆ ਕਿ ਸਮਾਜ ਦੇ ਵਿੱਚ ਕਈ ਸਾਲ ਪਹਿਲਾਂ ਨਾ ਸਾਡੀ ਰਿਸ਼ਤੇਦਾਰੀ ਦੇ ਵਿੱਚ ਇੱਕ ਜਵਾਨ ਮੁੰਡੇ ਦੀ ਡੈਥ ਹੋਈ ਤੇ ਉਹਨਾਂ ਨੇ ਸੁਸਾਈਡ ਕੀਤਾ ਨਾ। ਤੇ ਤੁਸੀਂ ਯਕੀਨ ਮੰਨੋਗੇ ਆਪਾਂ ਕਹਿੰਦੇ ਹੁੰਦੇ ਵੀ ਜਵਾਨ ਮੌਤ ਹੈ ਜਿਹੜੀ ਬੜੀ ਕਹਿਰ ਦੀ ਮੌਤ ਹੁੰਦੀ ਆ ਤੇ ਕਈ ਸਾਲ ਨਹੀਂ ਸਾਨੂੰ ਭੁੱਲਦੀ ਹੈਗੀ ਤੇ ਮੂੰਹ ਤੇ ਕੁਛ ਧਰਨ ਨੂੰ ਜੀ ਨਹੀਂ ਕਰਦਾ ਹੈਗਾ, ਹਨਾ। ਪਰ ਸੱਚੀ ਉਸ ਮੁੰਡੇ ਦੇ ਮਰਨ ਤੇ ਸਾਰਿਆਂ ਨੂੰ ਇਹ ਹੋ ਗਿਆ ਵੀ ਯਾਰ ਮਾਂ-ਬਾਪ ਸੌਖੇ ਹੋ ਗਏ ਵੀ ਉਹ ਤਾਂ ਉਹ ਇਹਨਾਂ ਨੂੰ ਖਾਲੀ ਕਰਕੇ ਹੀ ਮਰਿਆ ਆ, ਪਰ ਫਿਰ ਵੀ ਜਿਹੜਾ ਪਿੱਛੇ ਬਚ ਗਿਆ ਚਲੋ ਉਹਨਾਂ ਕੁ ਤਾਂ ਬਚ ਗਿਆ, ਹਨਾ। ਕਈ ਵਾਰੀ ਨਾ ਨਿਆਣੇ ਜਿਹੜੇ ਨਵੇਂ ਨਸ਼ੇ 'ਚ ਜਾਣ ਲੱਗਦੇ ਨੇਗੇ ਜਾਂ ਫਿਰ ਕਈ ਆਪਣੀ ਸੋਝੀ 'ਚ ਹੋ ਕੇ ਜਿਹੜੇ ਨਸ਼ੇ 'ਚ ਜਾਂਦੇ ਨੇ, ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਘਰਦਿਆਂ ਨੂੰ ਤੰਗ ਕਰਾਂਗੇ ਤਾਂ ਇਹ ਸਾਨੂੰ ਪੈਸੇ ਦੇ ਦੇਣਗੇ, ਹਨਾ। ਤਾਂ ਵਾਕਈ ਤੁਸੀਂ ਘਰਦਿਆਂ ਨੂੰ ਇੰਨਾ ਜ਼ਿਆਦਾ ਤੰਗ ਕਰ ਦਿੰਦੇ ਹੋ ਕਿ ਜਦੋਂ ਤੁਸੀਂ ਦੁਨੀਆ ਤੋਂ ਚਲੇ ਵੀ ਜਾਂਦੇ ਹੋ, ਤੁਹਾਡੀ ਮੌਤ ਵੀ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਦੁੱਖ ਅਫਸੋਸ ਨਹੀਂ ਹੁੰਦਾ। ਮਾਂ-ਬਾਪ ਵੀ ਮਨੇ ਇਹੀ ਸ਼ੁਕਰ ਮਨਾਉਂਦਾ ਹੋ ਸਕਦਾ ਆਪਾਂ ਗਲਤ ਵੀ ਹੋਈਏ, ਮਤਲਬ ਢਿੱਡੋਂ ਜੰਮਿਆ ਜਦੋਂ ਦੁਨੀਆ ਤੋਂ ਜਾਂਦਾ ਤਾਂ ਦੁੱਖ ਹਰ ਬੰਦੇ ਨੂੰ ਹੁੰਦਾ, ਪਰ ਤੁਸੀਂ ਉਹਨਾਂ ਨੂੰ ਦੁਖੀ ਹੋਈ ਇੰਨਾ ਕਰ ਜਾਂਦੇ ਹੋ ਵੀ ਤੁਹਾਡਾ ਜਾਣਾ ਵੀ ਉਹਨਾਂ ਨੂੰ ਛੋਟਾ ਲੱਗਣ ਲੱਗ ਜਾਂਦਾ ਆ, ਹਨਾ। ਜਿਉਂਦੇ ਜੀ ਉਹ ਇੰਨਾ ਦੁੱਖ ਦੇਖ ਲੈਂਦੇ ਨੇਗੇ ਤੁਹਾਡੇ ਵੱਲੋਂ ਤਾਂ ਉਹਨਾਂ ਨੂੰ ਲੱਗਦਾ ਵੀ ਚਲ ਠੀਕ ਹੈ, ਜੇ ਨਹੀਂ ਹੈਗਾ ਤਾਂ ਵੀ ਕੋਈ ਚੱਕਰ ਨਹੀਂ। ਗੁਰਦੀਪ ਜੀ, ਮੈਂ ਮੰਗੇ ਨੂੰ ਜਦੋਂ ਇੰਟਰਵਿਊ ਕੀਤਾ ਸੀ ਹਨਾ, ਉਹਨੇ ਵੀ ਮੈਨੂੰ ਇਹੀ ਗੱਲ ਕਹੀ ਸੀ। ਉਹ ਕਹਿੰਦਾ ਸੀਗਾ ਕਿ ਨਾ ਇਹ ਇੱਕ ਤਰ੍ਹਾਂ ਦੀ ਗੁਲਾਮੀ ਹੋ ਜਾਂਦੀ ਆ, ਹਨਾ। ਵੀ ਤੁਹਾਨੂੰ ਪਤਾ ਹੁੰਦਾ ਵੀ ਤੁਸੀਂ ਤੁਹਾਡੀ ਸਿਹਤ ਤੇ ਕਿੰਨਾ ਅਸਰ ਪੈ ਰਿਹਾ, ਤੁਹਾਡੇ ਪਰਿਵਾਰ ਤੇ ਕਿੰਨਾ ਅਸਰ ਪੈਂਦਾ ਇਸ ਚੀਜ਼ ਦਾ। ਕਹਿੰਦਾ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਹੈ ਕਿ ਤੁਸੀਂ ਤਾਂ ਖਾ ਪੀ ਕੇ ਸੌਂਗੇ, ਹਨਾ। ਜਿਹੜਾ ਬੰਦਾ ਚਾਹੇ ਤੁਹਾਡੀ ਮਾਂ ਹੈ, ਤੁਹਾਡੀ ਘਰ ਵਾਲੀ ਆ, ਤੁਹਾਡੇ ਨਿਆਣੇ ਨੇ, ਕਹਿੰਦਾ ਉਹ ਤਾਂ ਬਿਲਕੁਲ ਐਨ ਸੁਚੇਤ ਹੋ ਕੇ ਤੁਹਾਨੂੰ ਦੇਖ ਰਹੇ ਨੇ ਵੀ ਤੁਸੀਂ ਕੀ ਕਰਦੇ ਪਏ ਹੋ, ਹਨਾ। ਤੇ ਉਹਨਾਂ ਲਈ ਝੱਲਣਾ ਬਹੁਤ ਔਖਾ ਹੁੰਦਾ। ਵਾਕਈ ਮੈਨੂੰ ਲੱਗਦਾ ਵੀ ਜਿਹੜੇ ਘਰ 'ਚ ਨਸ਼ਾ ਵੜ ਜਾਂਦਾ, ਤੁਸੀਂ ਇਹ ਨਾ ਸੋਚੋ ਕਿ ਉਹ ਇਕੱਲਾ ਬੰਦਾ ਨਸ਼ਾ ਕਰ ਰਿਹਾ, ਹਨਾ। ਉਹ ਪੂਰੇ ਪਰਿਵਾਰ ਦੀ ਜ਼ਿੰਦਗੀ ਖਰਾਬ ਕਰਦਾ ਪਿਆ। ਹੁਣ ਆਪਾਂ ਕਿੰਨੇ ਰੋਜ਼ ਦੇ ਨੇ ਜਿਹੜੇ ਇਦਾਂ ਦੇ ਹਾਦਸੇ ਸੁਣਦੇ ਹਾਂ ਕਿ ਛੋਟੇ ਛੋਟੇ ਨਿਆਣੇ ਨਸ਼ਾ ਕਰਦੇ ਨੇ, ਉਹਦੇ 'ਚ ਕੁੜੀਆਂ ਵੀ ਨੇ, ਉਹਦੇ 'ਚ ਮੁੰਡੇ ਵੀ ਨੇ। ਆਪਾਂ ਪਹਿਲਾਂ ਜਦੋਂ ਇਹੋ ਜਿਹੀਆਂ ਵੀਡੀਓਜ਼ ਦੇਖਦੇ ਹੁੰਦੇ ਸੀ, ਲੋਕ ਹਾਸੇ 'ਚ ਮਤਲਬ ਐਵੇਂ ਮਜ਼ਾਕ ਸਮਝ ਕੇ ਇੱਕ ਦੂਜੇ ਨੂੰ ਸ਼ੇਅਰ ਕਰਦੇ ਸੀ ਵੀ ਦੇਖੋ ਸਕੂਲਾਂ 'ਚ ਕੁੜੀਆਂ ਸਿਗਰਟਾਂ ਪੀ ਰਹੀਆਂ ਨੇ, ਮੁੰਡੇ ਸਿਗਰਟਾਂ ਪੀ ਰਹੇ ਨੇ, ਹਨਾ। ਹੁਣ ਉਹ ਚੀਜ਼ਾਂ ਤੁਹਾਨੂੰ ਦੇਖ ਕੇ ਡਰ ਲੱਗਦਾ ਜਦੋਂ ਤੁਸੀਂ ਆਪਦੇ ਨਿਆਣਿਆਂ ਬਾਰੇ ਸੋਚਦੇ ਹੋ ਕਿ ਸਾਡੇ ਨਿਆਣੇ ਵੀ ਇਹਨਾਂ ਸਕੂਲਾਂ 'ਚ ਹੀ ਪੜ੍ਹਦੇ ਨੇ, ਸਾਡੇ ਨਿਆਣੇ ਵੀ ਇਹਨਾਂ ਨਿਆਣਿਆਂ ਨਾਲ ਹੀ ਖੇਡਦੇ ਹੋਣਗੇ ਜਾਂ ਮਿਲਦੇ ਹੋਣਗੇ, ਹਨਾ। ਤਾਂ ਤੁਸੀਂ ਦੇਖੋ ਕਿ ਕਿਵੇਂ ਇੱਕ ਬੰਦਾ ਜਿਹੜਾ ਇਹੋ ਜਿਹੀ ਆਦਤ 'ਚ ਪੈ ਗਿਆ, ਬਾਕੀ ਦੇ ਜੀ ਉਹਦੇ ਨਾਲ ਕਿਵੇਂ ਜ਼ਿੰਦਗੀ ਕੱਟਦੇ ਨੇ। ਜਿਹੜਾ ਤਾਂ ਕੋਈ ਮੰਨ ਲਓ ਨਿਆਣਾ ਹੈ, ਉਹਦੇ ਮਾਪਿਓ ਕਿਵੇਂ ਉਹਨੂੰ ਦਿਨ ਰਾਤ ਇਹੋ ਜਿਹੀ ਹਾਲਤ 'ਚ ਦੇਖਦੇ ਹੋਣਗੇ। ਜਾਂ ਆਪਾਂ ਕਹਿੰਦੇ ਹਾਂ ਕਿ ਆਪਾਂ ਭੈੜੇ ਲੋਕਾਂ ਤੋਂ ਵੀ, ਭੈੜੀ ਗੱਲ ਤੋਂ ਵੀ ਆਪਦੇ ਬੱਚੇ ਨੂੰ ਬਚਾ ਕੇ ਰੱਖਦੇ ਆ, ਹਨਾ। ਜਦੋਂ 15-16 ਸਾਲ ਦੇ ਨਿਆਣੇ ਇਹ ਸਾਰਾ ਕੁਛ ਕਰ ਰਹੇ ਨੇ, ਪਹਿਲਾਂ ਹੁੰਦਾ ਹੈ ਕਿ ਮਾਂ ਪਿਓ ਕਈ ਵਾਰੀ ਮਜਬੂਰੀ 'ਚ ਆ ਕੇ ਪਰਦਾ ਵੀ ਪਾਉਂਦਾ, ਹਨਾ। ਪਰ ਜਦੋਂ ਸਾਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਫਿਰ ਤਾਂ ਤੁਸੀਂ ਪਰਦੇ ਪਾਉਣ ਜੋਗੇ ਵੀ ਨਹੀਂ ਰਹਿੰਦੇ। ਤੇ ਉਹ ਕਿੰਨੀ ਵੱਡੀ ਗੱਲ ਆ। ਮੈਨੂੰ ਤਾਂ ਐਂ ਲੱਗਦਾ ਹੁੰਦਾ ਕਿ ਕੋਈ ਵੀ ਜੇ ਬੰਦਾ ਕੋਈ ਇਸ ਤਰੀਕੇ ਦਾ ਨਸ਼ਾ ਕਰਦਾ, ਉਹਦੇ ਨਾਲ ਬੰਦਾ ਰਹਿੰਦਾ ਕਿਵੇਂ ਹੋਊਗਾ। ਉਹਦਾ ਇਹ ਨਹੀਂ ਪਤਾ ਵੀ ਹੁੰਦਾ ਵੀ ਉਹਨੇ ਕੀ ਕਰ ਦੇਣਾ, ਹਨਾ। ਜਿਵੇਂ ਹੁਣ ਆਪਾਂ ਇੱਕ ਛੋਟਾ ਜਿਹਾ ਮੁੰਡਾ ਦੇਖਿਆ ਕਿ ਉਹਨੇ ਮਾਂ ਨੇ ਨਸ਼ੇ ਲਈ ਪੈਸੇ ਨਹੀਂ ਦਿੱਤੇ, ਉਹਨੇ ਦੋਨੇ ਮਾਂ ਨੂੰ ਵੀ ਮਾਰਤਾ, ਆਪਦੇ ਭਰਾ ਨੂੰ ਵੀ ਮਾਰਤਾ। ਇਹਦਾ ਮਤਲਬ ਤੁਹਾਡੀ ਸੋਚਣ ਸਮਝਣ ਦੀ ਸ਼ਕਤੀ ਬਿਲਕੁਲ ਹੀ ਖਤਮ ਹੋ ਜਾਂਦੀ ਹੈ, ਹਨਾ। ਤੁਹਾਨੂੰ ਇੱਕ ਨਸ਼ੇ ਦੇ ਸਾਹਮਣੇ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਪਾਲਿਆ ਜਾਂ ਜਿਹੜੇ ਤੁਹਾਡੇ ਨਾਲ ਖੇਡੇ ਨੇ, ਤੁਸੀਂ ਉਹਨਾਂ ਨੂੰ ਵੀ ਭੁੱਲ ਜਾਂਦੇ ਹੋ। ਇਹ ਇੱਥੋਂ ਸੋਚਣਾ ਚਾਹੀਦਾ ਹਰ ਨਿਆਣੇ ਨੂੰ ਵੀ ਇਹ ਕਿੱਡੀ ਖਤਰਨਾਕ ਚੀਜ਼ ਆ।
ਆਪਾਂ ਹਾਸੇ-ਹਾਸੇ ਚ ਕਹਿੰਦੇ ਹੁੰਦੇ ਵੀ ਨਸ਼ਾ ਤਾਂ ਚਾਹ ਦਾ ਵੀ ਮਾੜਾ ਹੈ ਹਨਾ। ਹਾਂ। ਚਾਹ ਦੀ ਤੁਹਾਨੂੰ ਕੋਈ ਤੋੜ ਤਾਂ ਨਹੀਂ ਲੱਗਦੀ? ਤੁਸੀਂ 2 ਦਿਨ ਨਹੀਂ ਵੀ ਪੀਵੋਗੇ ਤਾਂ ਤੁਹਾਨੂੰ ਕੋਈ ਐ ਨਹੀਂ ਹੈਗਾ ਵੀ ਤੁਸੀਂ ਉੱਠ ਕੇ ਕਿਸੇ ਦਾ ਕਤਲ ਕਰਨ ਤੁਰ ਜਾਓਗੇ। ਹਾਂ। ਤੇ ਇਹ ਚੀਜ਼ ਜਿਹੜੀ ਤੁਹਾਨੂੰ ਦਿਨ ਰਾਤ ਚਾਹੀਦੀ ਆ, ਤੁਸੀਂ ਕਹਿੰਦੇ ਹੋ ਕਿ ਇਹਦੇ ਬਿਨਾ ਮੇਰਾ ਗੁਜ਼ਾਰਾ ਹੀ ਨਹੀਂ ਹੈਗਾ ਹਨਾ, ਉਹ ਤਾਂ ਤੁਹਾਡੇ ਤੋਂ ਕੁਝ ਵੀ ਕਰਵਾ ਸਕਦੀ ਆ। ਅੱਜ ਕੱਲ ਕਿੰਨੀਆਂ ਚੋਰੀ ਦੀਆਂ ਵੀਡੀਓਜ਼ ਨੇ, ਲੋਕ ਲਿਖ ਦਿੰਦੇ ਨੇ ਨਸ਼ੇੜੀਆਂ ਨੇ ਕੀਤਾ ਹੋ, ਇਹਦਾ ਮਤਲਬ ਹਰ ਗਲੀ ਮੁਹੱਲੇ 'ਚ ਨਸ਼ੇੜੀ ਹੋ ਗਏ ਹਨਾ। ਤੇ ਉਦੋਂ ਵੀ ਜ਼ਿਆਦਾ ਭੈੜਾ ਇਸ ਲਈ ਲੱਗਦਾ ਕਿਉਂਕਿ ਅੱਗੇ ਆਪਾਂ ਸਿਰਫ ਸੁਣਦੇ ਹੁੰਦੇ ਸੀਗੇ ਕਿ ਇੱਕ ਦਿਨ ਇਹੋ ਜਿਹਾ ਵੀ ਆਊਗਾ ਵੀ ਕੁੜੀਆਂ ਵੀ ਨਸ਼ੇ ਕਰਨਗੀਆਂ ਹਨਾ। ਸੱਚੀ ਸਾਡੇ ਦਿਮਾਗ ਦੇ ਵਿੱਚ ਜਾਂ ਤਾਂ ਕਹਿ ਲਓ ਕਿ ਆ ਬਰਾਬਰੀ ਵਾਲਾ ਇੱਕ ਕੀੜਾ ਇਹੋ ਜਿਹਾ ਹੋ ਗਿਆ ਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹੋ ਜਿਹੀਆਂ ਚੀਜ਼ਾਂ 'ਚ ਕੋਈ ਬਰਾਬਰੀ ਨਹੀਂ ਹੈਗੀ ਸਾਡੀ। ਨਹੀਂ, ਇੱਕ ਤਾਂ ਨਾ ਇਹ ਬੜਾ ਐਕਸਕਿਊਜ਼ ਆ ਅੱਜ ਦੀ ਪੀੜ੍ਹੀ 'ਚ ਵੀ, ਮੇਰੀ ਨਿੱਜੀ ਜ਼ਿੰਦਗੀ ਆ, ਨਿੱਜੀ ਜ਼ਿੰਦਗੀ ਵੀ ਆ, ਤੇ ਦੂਜਾ ਮੈਨੂੰ ਸਟ੍ਰੈਸ ਆ ਹਨਾ। ਮੈਂ ਕਹਿੰਦੀ ਆ ਵੀ ਕਿ ਸਟ੍ਰੈਸ ਰਿਲੀਜ਼ ਕਰਨ ਦਾ ਸਿਰਫ ਇੱਕੋ ਹੀ ਜ਼ਰੀਆ ਕਿ ਤੁਸੀਂ ਨਸ਼ਾ ਕਰ ਲਓ ਹਨਾ। ਥੋੜੇ ਦਿਨ ਪਹਿਲਾਂ ਹੀ ਆਪਾਂ ਦਫ਼ਤਰ ਬੈਠੇ ਵੀ ਗੱਲ ਕਰ ਰਹੇ ਸੀ। ਮੈਂ ਕਿਹਾ ਵੀ ਹੁਣ ਨਾ ਸੜਕਾਂ ਤੇ ਅੱਗੇ ਮਤਲਬ ਵੀ ਸਿਗਰਟ ਪੀਂਦੇ ਨਹੀਂ ਸੀ ਆਪਾਂ ਪੰਜਾਬ 'ਚ ਕਦੇ ਕਿਸੇ ਨੂੰ ਦੇਖਿਆ ਹਨਾ। ਜੇ ਕਿਤੇ ਕੋਈ ਪ੍ਰਵਾਸੀ ਪੀਂਦਾ ਵੀ ਸੀ ਤਾਂ ਉਹਨੂੰ 100 ਜਣੇ ਟੋਕਣ ਵਾਲੇ ਹੁੰਦੇ ਸੀਗੇ ਵੀ ਤੂੰ ਇੱਥੇ ਨਹੀਂ ਪੀ ਸਕਦਾ। ਹੁਣ ਆਪਣੇ ਆ ਦਫ਼ਤਰ ਤੋਂ ਆਉਂਦੀ ਹੋਈ ਇੱਕ ਗਲੀ ਲੰਘ ਕੇ ਉਹ IT ਕੰਪਨੀਆਂ ਨੇ ਉੱਥੇ ਸਾਰੀਆਂ, ਉੱਥੇ ਤੁਹਾਨੂੰ ਮੁੰਡੇ ਕੁੜੀਆਂ ਸ਼ਰੇਆਮ ਸਿਗਰਟ ਪੀਂਦੇ ਦਿਸਣਗੇ। ਮੈਂ ਕਿਹਾ ਵੀ ਇਹ ਚੰਗਾ ਸੰਕੇਤ ਨਹੀਂ ਆ। ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਵੇਂ ਸਾਰੀਆਂ ਚੀਜ਼ਾਂ ਸਾਨੂੰ ਹੌਲੀ ਹੌਲੀ ਨਾਰਮਲ ਲੱਗਣ ਲੱਗ ਗਈਆਂ, ਤਾਂ ਜਦੋਂ ਸਾਡੇ ਨਿਆਣੇ ਇਸ ਮਾਹੌਲ 'ਚ ਆਉਣਗੇ, ਜਦੋਂ ਬਾਹਰ ਕਿਸੇ ਨੂੰ ਨਸ਼ਾ ਕਰਦਿਆਂ ਹੋਇਆ ਦੇਖਣਗੇ ਤਾਂ ਉਹਨਾਂ ਨੂੰ ਇਹ ਚੀਜ਼ਾਂ ਨਾਰਮਲ ਹੀ ਲੱਗਣਗੀਆਂ ਹਨਾ। ਜਿਵੇਂ ਅੱਗੇ ਘਰਾਂ 'ਚ ਸ਼ਰਾਬ ਕਿੱਡਾ ਵੱਡਾ ਨਸ਼ਾ ਮੰਨਿਆ ਜਾਂਦਾ ਸੀ, ਹੁਣ ਆਪਾਂ ਨੂੰ ਸ਼ਰਾਬ ਨਸ਼ਾ ਲੱਗਦੀ ਹੈ। ਬਿਲਕੁਲ, ਆਪਾਂ ਕਹਿੰਦੇ ਸ਼ੁਕਰ ਆ ਸ਼ਰਾਬ ਹੀ ਪੀਂਦਾ, ਲੋਕੀ ਇਹ ਗੱਲਾਂ ਕਹਿਣ ਲੱਗ ਗਏ। ਆਪਾਂ ਹੁਣ ਇਹ ਕਹਿੰਦੇ ਕਿ ਸ਼ੁਕਰ ਹੈ ਸ਼ਰਾਬ ਹੀ ਪੀਂਦਾ ਆ ਹਨਾ। ਤਾਂ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ, ਇੱਕ ਬਰਾਬਰੀ ਕਹਿ ਲਓ ਜਾਂ ਆਪਾਂ ਕਹਿ ਲਓ ਕਿ ਮੈਂ ਸਟ੍ਰੈਸ 'ਚ ਕਰਕੇ, ਜਾਂ ਉਹਦਾ ਲਾਈਫ ਸਟਾਈਲ ਇੱਦਾਂ ਦਾ ਆ, ਜਾਂ ਉਹਦੀ ਜੋਬ ਬਹੁਤ ਸਟ੍ਰੈਸ ਵਾਲੀ ਆ। ਕਹਿੰਦੇ ਬਹੁਤ ਸਾਰੀਆਂ ਇੱਦਾਂ ਦੀਆਂ ਕੰਪਨੀਆਂ ਨੇ ਜਿੱਥੇ ਇਹ ਕਲਚਰ ਬਾਹਰ ਦਾ ਸੀਗਾ ਕਿ ਉੱਥੇ ਸਮੋਕ ਬ੍ਰੇਕ ਹੁੰਦੀ ਸੀਗੀ, ਤੇ ਹੁਣ ਪੰਜਾਬ 'ਚ ਬਹੁਤ ਸਾਰੀਆਂ ਕੰਪਨੀਆਂ ਨੇ ਏਰੀਆ ਬਣਾ ਦਿੱਤਾ, ਹਰ ਬਿਲਡਿੰਗ 'ਚ ਏਰੀਆ ਬਣਿਆ ਹੋਇਆ, ਤੇ ਹਰ ਕੰਪਨੀ ਦੇ ਵਿੱਚ ਜਿੱਥੇ ਦਿਨ ਰਾਤ ਵਾਲਾ ਕੰਮ ਆ ਨਾ, ਵੀ ਲੋਕ ਮਸ਼ੀਨਾਂ ਵਾਂਗੂ ਦਿਨ ਰਾਤ ਲੱਗੇ ਰਹਿੰਦੇ ਨੇਗੇ। ਕਹਿੰਦੇ ਉਹਨਾਂ ਕੰਪਨੀਆਂ ਦੇ ਵਿੱਚ ਇਹ ਚੀਜ਼ ਲੀਗਲ ਕਰ ਦਿੱਤੀ ਗਈ ਆ ਕਿ ਸਮੋਕ ਬ੍ਰੇਕ ਹੋਇਆ ਕਰੂਗੀ। ਇਹਦਾ ਮਤਲਬ ਜਿੱਥੇ ਅਸੀਂ ਨਸ਼ਾ ਘਟਾਉਣ ਦੀ ਗੱਲ ਕਰਦੇ ਹਾਂ ਤਾਂ ਇੱਕ ਪਾਸੇ ਨਸ਼ਾ ਵਧਾਉਣ ਦੇ ਲਈ ਵੀ ਬੜੀਆਂ ਸਾਰੀਆਂ ਐਫਰਟਸ ਹੋ ਰਹੀਆਂ ਨੇ ਹਨਾ। ਕੁਝ ਸਾਲ ਪਹਿਲਾਂ ਆਪਾਂ ਗੱਲ ਕਰਦੇ ਹੁੰਦੇ ਸੀਗੇ, ਜਾਂ ਹੁਣ ਵੀ ਆਪਾਂ ਇਹੀ ਗੱਲ ਕਰਦੇ ਹਾਂ ਕਿ ਮਾਂ-ਬਾਪ ਨੂੰ ਨਿਆਣਿਆਂ ਦਾ ਧਿਆਨ ਰੱਖਣਾ ਚਾਹੀਦਾ। ਮਾਂ-ਬਾਪ ਨੂੰ ਧਿਆਨ ਹੋਣਾ ਚਾਹੀਦਾ ਕਿ ਨਿਆਣਾ ਸਾਡਾ ਵੱਡਾ ਹੋ ਗਿਆ, ਕਿਹੜੀ ਕੰਪਨੀ 'ਚ ਰਹਿ ਰਿਹਾ। ਮੈਨੂੰ ਲੱਗਦਾ ਕਿ ਹੁਣ ਸਾਨੂੰ ਨਿਆਣਿਆਂ ਨੂੰ ਹੀ ਕਹਿਣਾ ਚਾਹੀਦਾ ਵੀ ਤੁਸੀਂ ਆਪਣਾ ਧਿਆਨ ਰੱਖੋ ਹਨਾ। ਕੁਝ ਮਹੀਨੇ ਪਹਿਲਾਂ ਆਪਾਂ ਕਿਸੇ ਨੂੰ ਇੰਟਰਵਿਊ ਕਰਨ ਗਏ ਸੀਗੇ, ਤਾਂ ਉੱਥੇ ਇੱਕ ਵੀਰ ਆਪਾਂ ਨੂੰ ਮਿਲੇ, ਤੇ ਉਹ ਕਿਸੇ ਸਕੂਲ ਦੇ ਵਿੱਚ ਟੀਚਰ ਨੇ। ਉਹ ਕਹਿੰਦੇ ਤੁਸੀਂ ਇੱਦਾਂ ਹੀ ਗੱਲਾਂ ਜਿਹੀਆਂ ਕਰਨ ਲੱਗ ਗਏ ਕਿ ਬੱਚੇ ਬਾਹਰ ਜਾਈ ਜਾ ਰਹੇ ਨੇਗੇ, ਕਿਸੇ ਨੂੰ ਏਮ ਨਹੀਂ ਪਤਾ, ਜੇ ਬਾਹਰ ਵੀ ਜਾ ਰਹੇ ਨੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੈਸੇ ਕੀ ਕਰਨ ਜਾ ਰਹੇ ਆ। ਉਹ ਕਹਿੰਦੇ ਇਹ ਤਾਂ ਕਹਿੰਦੇ ਬਹੁਤ ਛੋਟੀਆਂ ਗੱਲਾਂ ਨੇ। ਕਹਿੰਦੇ ਅੱਜ ਕੱਲ੍ਹ 8ਵੀਂ ਕਲਾਸ ਦੇ ਬੱਚੇ ਤੋਂ ਉਸ ਏਰੀਏ ਦੇ ਤੁਸੀਂ ਕਿਸੇ ਵੀ ਨਸ਼ਾ ਤਸਕਰ ਦਾ ਨੰਬਰ ਲੈ ਸਕਦੇ ਹੋ। ਇੰਨਾ ਨਸ਼ਾ ਕਹਿੰਦੇ ਸਕੂਲਾਂ ਦੇ ਵਿੱਚ ਆ ਵੜਿਆ। ਕਹਿੰਦੇ ਖਤਮ ਕਿਵੇਂ ਹੋਊਗਾ? ਬਿਲਕੁਲ ਹਨਾ। ਮਾਂ-ਬਾਪ ਤਾਂ ਧਿਆਨ ਰੱਖਣਗੇ। ਕਿਹੜਾ ਮਾਂ-ਬਾਪ ਚਾਹੁੰਦਾ ਵੀ ਉਹਦਾ ਨਿਆਣਾ ਕਿਸੇ ਗਲਤ ਰਾਹ ਤੇ ਚੱਲ ਜਾਵੇ, ਜਾਂ ਇਹੋ ਜਿਹੀ ਜ਼ਿੰਦਗੀ ਚੁਣ ਲਵੇ ਜਿਹਦਾ ਅੰਤ ਆ ਉਹ ਸਿਰਫ ਮੌਤ ਹੋ ਸਕਦਾ ਆ, ਉਹਦੀ ਆਪਣੀ ਜ਼ਿੰਦਗੀ ਖਤਮ ਹੋ ਸਕਦੀ ਆ ਹਨਾ। ਪਰ ਮੈਂ ਕਹਿੰਦੀ ਹੁਣ ਇਸ ਗੱਲ ਤੇ ਆਪਾਂ ਜ਼ੋਰ ਦਈਏ ਨਿਆਣਿਆਂ ਨੂੰ ਵੀ ਤੁਸੀਂ ਆਪਣਾ ਧਿਆਨ ਆਪ ਰੱਖੋ। ਕਿਹੋ ਜਿਹੀ ਸੰਗਤ ਦੇ ਵਿੱਚ ਤੁਸੀਂ ਜਾ ਰਹੇ ਹੋ ਬਾਹਰ, ਕਿਹੜਾ ਤੁਹਾਨੂੰ ਕੀ ਸਲਾਹ ਦੇ ਰਿਹਾ ਵਾ ਹਨਾ। ਕਿਉਂਕਿ ਆਲੇ ਦੁਆਲੇ ਦੀਆਂ ਐਨਰਜੀਜ਼ ਤੁਹਾਡੇ ਲਈ ਬਹੁਤ ਮੈਟਰ ਕਰਦੀਆਂ ਨੇ। ਕਈ ਵਾਰੀ ਨਿਆਣਾ ਉਸ ਉਮਰ 'ਚ ਹੁੰਦਾ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕੋਈ ਸਾਨੂੰ ਚੰਗੀ ਸਲਾਹ ਦੇ ਰਿਹਾ ਜਾਂ ਕੋਈ ਸਾਨੂੰ ਮਾੜੀ ਸਲਾਹ ਦੇ ਰਿਹਾ ਹਨਾ। ਸਹੀ ਗੱਲ ਹੈ। ਮੈਂ ਇੱਕ ਵਾਰੀ ਅੱਗੇ ਵੀ ਇੱਕ ਪ੍ਰੋਗਰਾਮ 'ਚ ਦੱਸਿਆ ਸੀਗਾ ਕਿ ਅਫੀਮ ਨੂੰ ਵੀ ਸਾਡੇ ਨਸ਼ਾ ਨਹੀਂ ਮੰਨਦੇ ਹੈਗੇ ਹਨਾ। ਸਾਡੇ ਜਿਹੜੇ ਬਜ਼ੁਰਗ ਸਿਆਣੇ ਸੀਗੇ ਉਹ ਸੱਚੀ ਅਫੀਮ ਨੂੰ ਦਵਾਈ ਵਾਂਗੂ ਖਾਂਦੇ ਹੁੰਦੇ ਸੀਗੇ, ਕਣਕ ਦੇ ਦਾਣੇ 'ਚ ਨੀਲਾ ਲਈ ਉਹ ਸਾਰੀ ਉਮਰ ਖਾਂਦੇ ਸੀਗੇ ਹਨਾ। ਤਾਂ ਮੇਰਾ ਭਰਾ ਬੜੀ ਛੋਟੀ ਉਮਰ 'ਚ ਸੀਗਾ, ਸਾਡੇ ਆਪਦੇ ਹੀ ਕਿਸੇ ਪਰਿਵਾਰਕ ਮੈਂਬਰ ਨੇ ਉਹਨੂੰ ਕਿਹਾ ਕਿ ਅਫੀਮ ਖਾ ਲੈਣੀ ਚਾਹੀਦੀ ਆ, ਇਹਦੇ ਨਾਲ ਤੁਹਾਨੂੰ ਦਿਲ ਦਾ ਦੌਰਾ ਨਹੀਂ ਪੈਂਦਾ ਹੈ ਨਾ। ਤਾਂ ਮੇਰੇ ਕਹਿ ਲਓ ਕਿ ਵੀ ਉਹਦੀ ਸਮਝ ਕਹਿ ਲਓ, ਜਾਂ ਇਹ ਕਹਿ ਲਓ ਕਿ ਸਾਡੀ ਮਾਂ ਦੀ ਪਰਵਰਿਸ਼ ਕਹਿ ਲਓ, ਜਾਂ ਘਰ ਦਾ ਮਾਹੌਲ ਕਹਿ ਲਓ। ਉਹਨੇ ਆ ਕੇ ਮੰਮਾ ਨੂੰ ਦੱਸਿਆ ਕਿ ਫਲਾਣਾ ਬੰਦਾ ਮੰਮਾ ਮੈਨੂੰ ਐਂ ਕਹਿੰਦਾ ਕਿ ਉਹਦੇ ਨਾਲ ਨਾ ਖੂਨ ਦਾ ਸਰਕਲ ਠੀਕ ਰਹਿੰਦਾ ਆ ਤੇ ਤੁਹਾਨੂੰ ਦਿਲ ਦਾ ਦੌਰਾ ਨਹੀਂ ਪੈਂਦਾ ਹੈਗਾ ਹੈ ਨਾ। ਤੇ ਮੰਮਾ ਨੇ ਮਤਲਬ ਉਹਨਾਂ ਨੂੰ ਕਿਹਾ ਕਿ ਤੂੰ ਫਲਾਣੇ ਬੰਦੇ ਕੋਲ ਨਹੀਂ ਬਹਿਣਾ ਹੈਗਾ, ਤੇ ਇਹ ਸਿਰਫ ਦਿਲ ਦਾ ਦੌਰਾ ਹੀ ਨਹੀਂ ਰੋਕਦੀ, ਇਹ ਤੁਹਾਡੀ ਉਮਰ ਵੀ ਖਾ ਜਾਂਦੀ।
ਵੀ ਜਿਹੜਾ ਨਸ਼ਾ ਉਹ ਨਸ਼ਾ ਹੀ ਆ। ਫਿਰ ਮੰਮਾ ਨੇ ਉਸ ਬੰਦੇ ਨੂੰ ਕਿਹਾ ਵੀ ਤੁਹਾਨੂੰ ਇੰਨੀ ਅਕਲ ਹੋਣੀ ਚਾਹੀਦੀ ਵੀ ਤੁਸੀਂ ਕਿਹੜੀ ਉਮਰ ਦੇ ਬੱਚੇ ਕੋਲ ਬੈਠ ਕੇ ਕਿਹੋ ਜਿਹੀ ਤੁਸੀਂ ਗੱਲ ਕਰ ਰਹੇ ਹੋ ਨਾ। ਬਿਲਕੁਲ। ਮੇਰੇ ਬੱਚੇ ਨੇ ਆ ਕੇ ਮੈਨੂੰ ਦੱਸਤਾ ਹਨਾ, ਮੈਂ ਉਹਨੂੰ ਦੱਸਤਾ ਵੀ ਇਹਦੇ ਨਫੇ ਨੁਕਸਾਨ ਕੀ ਨੇ। ਰੱਬ ਨਾ ਕਰੇ ਤੁਹਾਡੇ ਕੋਲ ਕੋਈ ਇਦਾਂ ਦਾ ਬੱਚਾ ਬੈਠਾ ਹੁੰਦਾ ਵੀ ਜਿਹੜਾ ਘਰੇ ਗੱਲ ਨਾ ਜਾ ਕੇ ਦੱਸਦਾ, ਤੇ ਹੋ ਸਕਦਾ ਜੋ ਤੁਸੀਂ ਉਹਨਾਂ ਨੂੰ ਕਿਹਾ ਉਸ ਆਪਣੀ ਲਾਈਫ 'ਚ ਟਰਾਈ ਕਰਨ ਦੀ ਕੋਸ਼ਿਸ਼ ਕਰਦਾ ਹਨਾ। ਸੋ ਮੈਨੂੰ ਲੱਗਦਾ ਹੈ ਕਿ ਮਾਂ-ਬਾਪ ਆਪਾਂ ਕਿੱਥੇ ਕਿੱਥੇ ਨਿਆਣਿਆਂ ਦੇ ਨਾਲ ਤੁਰੇ ਫਿਰਾਂਗੇ। ਹੁਣ ਤੁਹਾਡੇ ਬੱਚੇ ਵੀ ਵੱਡੇ ਹੋ ਰਹੇ ਨੇਗੇ, ਟਿਊਸ਼ਨਾਂ ਤੇ ਵੀ ਜਾ ਰਹੇ ਨੇ, ਇੰਸਟੀਟਿਊਟ ਵੀ ਜਾ ਰਹੇ ਨੇਗੇ, ਉਸ ਤੋਂ ਬਾਅਦ ਉਹਨਾਂ ਨੇ ਕਾਲਜ ਯੂਨੀਵਰਸਿਟੀ ਤੱਕ ਵੀ ਜਾਣਾ ਹੈ ਨਾ। ਆਪਾਂ ਹਰ ਜਗ੍ਹਾ ਨਹੀਂ ਉਹਨਾਂ ਦੇ ਨਾਲ ਹੋ ਸਕਦੇ, ਆਪਾਂ ਉਹਨਾਂ ਨੂੰ ਸਿਰਫ ਕਹਿ ਸਕਦੇ ਹਾਂ ਕਿ ਤੁਸੀਂ ਆਪਣਾ ਖਿਆਲ ਰੱਖਣਾ ਹੈ ਨਾ। ਮੈਨੂੰ ਲੱਗਦਾ ਇੱਥੇ ਨਿਆਣਿਆਂ ਨੂੰ ਅਵੇਅਰ ਹੋਣਾ ਚਾਹੀਦਾ ਕਿ ਕੌਣ ਸਾਨੂੰ ਕਿਹੋ ਜਿਹੀ ਸਲਾਹ ਦੇ ਰਿਹਾ, ਕਿਹੋ ਜਿਹੀ ਅਸੀਂ ਸੰਗਤ 'ਚ ਵਿਚਰ ਰਹੇ ਹਾਂ, ਜਾਂ ਸਾਡੀ ਜ਼ਿੰਦਗੀ ਦੀ ਕੀਮਤ ਕੀ ਆ। ਬਿਲਕੁਲ ਹਨਾ, ਆਪਾਂ ਕਹਿੰਦੇ ਕਿ ਹੁਣ ਨਿਆਣੇ ਕਿੰਨੇ ਅਵੇਅਰ ਨੇ, ਆਪਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ 10ਵੀਂ ਤੋਂ ਬਾਅਦ ਆਪਾਂ ਕੀ ਕਰਨਾ ਆ। ਅੱਜ ਕੱਲ੍ਹ ਨਿਆਣਿਆਂ ਨੂੰ ਪਤਾ ਵੀ 10ਵੀਂ ਤੋਂ ਬਾਅਦ ਮੈਂ ਕੀ ਕਰਨਾ ਆ ਹਨਾ। ਤੇ ਇਹ ਸਬਜੈਕਟ ਜੇ ਮੈਂ ਲੈ ਕੇ ਪੜ੍ਹ ਰਿਹਾ ਵਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ, ਫਿਊਚਰ ਦੇ ਵਿੱਚ ਇਹਦਾ ਸਕੋਪ ਕੀ ਆ ਹਨਾ। ਅੱਜ ਜੇ ਕੋਈ ਨਿਆਣਾ ਨਸ਼ਾ ਲੈ ਰਿਹਾ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਕਿ ਇਹਦਾ ਰਿਜ਼ਲਟ ਕੀ ਆ। ਜਦੋਂ ਸਾਨੂੰ ਭੈਣੇ, ਜਦੋਂ ਆਪਾਂ ਵੀ ਆ ਚਾਹੇ ਵੱਡੇ ਵੀ ਆ, ਆਪਾਂ ਨੂੰ ਜਦੋਂ ਜਿਹੜੀ ਚੀਜ਼ ਦਾ ਰਿਜ਼ਲਟ ਪਤਾ ਹੁੰਦਾ ਆ ਨਾ ਵੀ ਇਹਦਾ ਰਿਜ਼ਲਟ ਚੰਗਾ ਰਹੂਗਾ ਜਾਂ ਮਾੜਾ ਰਹੂਗਾ, ਆਪਾਂ ਹਮੇਸ਼ਾ ਉਹ ਚੀਜ਼ ਉੱਥੇ ਕੁਇਟ ਕਰ ਦਿੰਦੇ ਹਾਂ ਜਦੋਂ ਆਪਾਂ ਨੂੰ ਪਤਾ ਹੁੰਦਾ ਕਿ ਇਹਦਾ ਰਿਜ਼ਲਟ ਮਾੜਾ ਰਹੂਗਾ ਹਨਾ। ਸੋ ਮੈਂ ਕਹਿੰਦੀ ਹਾਂ ਕਿ ਮਾਂ-ਬਾਪ ਸਿਰਫ ਤੁਹਾਨੂੰ ਕਹਿ ਸਕਦੇ ਨੇ, ਪਰ ਇੱਥੇ ਬੱਚਿਆਂ ਨੂੰ ਖੁਦ ਆਪਣਾ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਹੋ ਜਿਹੀ ਲੀਹ 'ਤੇ ਲੈ ਕੇ ਜਾਣਾ ਆ। ਜੋ ਅਸੀਂ ਸ਼ੁਰੂ ਕਰ ਰਹੇ ਹਾਂ ਜਾਂ ਜੋ ਕਿਸੇ ਨੇ ਸਾਨੂੰ ਸਲਾਹ ਦਿੱਤੀ, ਜੋ ਅਸੀਂ ਅੱਜ ਆਪਣੀ ਜ਼ਿੰਦਗੀ 'ਚ ਕਰ ਰਹੇ ਹਾਂ, ਉਹਦਾ ਰਿਜ਼ਲਟ ਕੀ ਹੋਊਗਾ। ਬਿਲਕੁਲ ਹੈ ਨਾ ਗੁਰਦੀਪ, ਇੱਕ ਨਾ ਥੋੜੇ ਦਿਨ ਪਹਿਲਾਂ ਮੇਰੀ ਕਿਸੇ ਨਾਲ ਇਸ ਉਹਦੇ ਤੇ ਗੱਲ ਹੋ ਰਹੀ ਸੀ, ਇਸੇ ਟੌਪਿਕ ਤੇ ਹਨਾ। ਸਾਡੇ ਜਿਵੇਂ ਘਰ ਦੇ ਨੇੜੇ ਯੂਨੀਵਰਸਿਟੀ ਹੈ ਇੱਕ, ਬਹੁਤ ਨੋਨ ਹੈ ਯੂਨੀਵਰਸਿਟੀ, ਤੇ ਉੱਥੇ ਜਿੰਨੇ ਆਲੇ ਦੁਆਲੇ ਬੀਅਰ ਬਾਰ ਨੇ ਜਾਂ ਜਿੰਨੇ ਇਦਾਂ ਦੇ ਲਿਕਰ ਸ਼ਾਪਸ ਨੇ, ਉੱਥੇ ਸਾਰੀ ਜਗ੍ਹਾ ਤੇ ਉਹਨਾਂ ਬੱਚਿਆਂ ਨੂੰ 20 ਜਾਂ ਪਤਾ ਨਹੀਂ 25% ਕੰਸੈਸ਼ਨ ਮਿਲਦਾ ਹੈ ਨਾ। ਉਹ ਬੱਚੇ ਯੂਨੀਵਰਸਿਟੀ ਦੇ ਨੇ, ਹੱਦ ਕਿੰਨੀ ਉਮਰ ਹੁੰਦੀ ਆ, 20 ਸਾਲ ਹੋਊਗੀ, 25 ਸਾਲ ਹੋਊਗੀ, ਤੇ ਉਹਦੇ 'ਚ ਕੋਈ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ +2 ਤੋਂ ਬਾਅਦ ਯੂਨੀਵਰਸਿਟੀ 'ਚ ਐਂਟਰ ਕੀਤਾ ਹੁੰਦਾ, 16-17 ਸਾਲ ਵੀ ਉਮਰ ਹੁੰਦੀ ਆ ਨਾ। ਤੇ ਸਾਰੇ ਬੱਚੇ ਜ਼ਿਆਦਾਤਰ ਮਤਲਬ ਪੰਜਾਬ ਤੋਂ ਬਾਹਰੋਂ ਬੱਚੇ ਉੱਥੇ ਆਉਂਦੇ ਨੇ। ਤੇ ਹੁਣ ਤੁਸੀਂ ਇਹ ਦੇਖੋ ਕਿ ਇਹ ਕੰਸੈਸ਼ਨ ਦੇਣ ਦਾ ਕਾਰਨ ਕੀ ਹੋ ਸਕਦਾ ਹੈ ਨਾ। ਆਪਾਂ ਕਹਿੰਦੇ ਨਿਆਣਿਆਂ ਦੀਆਂ ਫੀਸਾਂ ਮਾਫ ਹੋ ਜਾਣ, ਨਿਆਣਿਆਂ ਦੇ ਬੱਸਾਂ ਦੇ ਕਿਰਾਏ ਮਾਫ ਹੋ ਜਾਣ, ਪਰ ਦੇਖੋ ਤੁਸੀਂ ਨਸ਼ੇ ਦੇ ਵਿੱਚ ਵੀ ਨਿਆਣੇ ਨੂੰ ਛੋਟ ਆ ਹਨਾ। ਤੇ ਉੱਥੇ ਤੁਸੀਂ ਜਦੋਂ ਲੰਘਦੇ ਹੋ ਉਸ ਰੋਡ ਤੋਂ, ਤਾਂ ਜਿੰਨੇ ਮਤਲਬ ਉੱਥੇ ਠੇਕੇ ਨੇ, ਉੱਥੇ ਸਾਰੇ ਉਸ ਯੂਨੀਵਰਸਿਟੀ ਦੇ ਬੱਚੇ ਖੜੇ ਹੁੰਦੇ ਹਨਾ। ਇਹਦਾ ਮਤਲਬ ਉਹ ਬੱਚੇ ਉੱਥੇ ਸ਼ੌਂਕੀਆ ਤਾਂ ਖੜੇ ਨਹੀਂ ਹੈਗੇ, ਉਹ ਪੀਣ ਲਈ ਹੀ ਖੜੇ ਨੇ। ਤੇ ਇੱਕ ਦਿਨ ਸਾਡੇ ਕੋਈ ਨੋਨ ਨੇ, ਉਹ ਸਾਨੂੰ ਦੱਸਣ ਲੱਗ ਗਏ, ਕਹਿੰਦੇ ਯੂਨੀਵਰਸਿਟੀ ਦੇ ਗੇਟ ਤੇ ਇੱਕ ਕੁੜੀ ਖੜੀ ਸੀਗੀ, ਉਹਨੇ ਇੰਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਸੀਗਾ ਕਿ ਗਾਰਡ ਉਹਨੂੰ ਅੰਦਰ ਐਂਟਰੀ ਨਹੀਂ ਸੀ ਦਿੰਦਾ ਪਿਆ ਹਨਾ। ਉਹਨੇ ਕਿਹਾ ਕਿ ਤੂੰ ਆਪਣੇ ਘਰਦਿਆਂ ਨਾਲ ਪਹਿਲਾਂ ਮੇਰੀ ਗੱਲ ਕਰਾ, ਕਿਉਂਕਿ ਬੱਚੇ ਹੋਸਟਲ 'ਚ ਰਹਿੰਦੇ ਨੇ, ਮਾਂ ਪਿਓ ਤੋਂ ਦੂਰ ਨੇ। ਹੁਣ ਮਾਂ ਪਿਓ ਨੂੰ ਕੀ ਪਤਾ ਕਿ ਨਿਆਣਾ 24 ਘੰਟੇ ਕੀ ਕਰਦਾ ਹਨਾ। ਤੁਸੀਂ ਹਰ ਵਕਤ ਤਾਂ ਘੰਟੇ ਬਾਅਦ ਆਪਣੇ ਨਿਆਣੇ ਨੂੰ ਕਾਲ ਨਹੀਂ ਕਰ ਸਕਦੇ। ਅੱਜ ਕੱਲ੍ਹ ਨਿਆਣੇ ਕਹਿੰਦੇ ਸਾਡੀ ਪਰਸਨਲ ਲਾਈਫ ਆ, ਤੁਸੀਂ ਸਾਨੂੰ ਇਰੀਟੇਟ ਕਰਦੇ ਪਏ ਹੋ, ਡਿਸਟਰਬ ਕਰਦੇ ਹੋ। ਤੇ ਉਹ ਕਹਿੰਦੇ ਵੀ ਉਹ ਤੋਂ ਫੋਨ ਵੀ ਨਹੀਂ ਸੀ ਨਿਕਲਦਾ ਆਪਣੀ ਜੇਬ 'ਚੋਂ, ਵੀ ਨਾ ਉਹਦੇ ਤੋਂ ਨੰਬਰ ਡਾਇਲ ਹੁੰਦਾ ਸੀ ਹਨਾ। ਤੇ ਮੈਂ ਇਹੀ ਗੱਲ ਸੋਚ ਰਹੀ ਸੀ ਉਸ ਦਿਨ ਵੀ, ਮੈਂ ਕਿਹਾ ਵੀ ਜਿਹੜਾ ਇੱਥੋਂ ਮੁੱਢ ਵੱਜ ਗਿਆ, ਇਹ ਨਿਆਣਿਆਂ ਨੂੰ ਆਪਾਂ ਕਦੋਂ ਜ਼ਿੰਦਗੀ 'ਚ ਸਮਝਾਵਾਂਗੇ ਕਿ ਇਹ ਚੀਜ਼ ਮਾੜੀ ਆ ਹਨਾ। ਜਿਸ ਉਮਰ 'ਚ ਉਹ ਲੱਗ ਗਏ ਨੇ, ਹੁਣ ਉਹ ਕਦੀ ਇਹਨਾਂ ਆਦਤਾਂ ਨੂੰ ਛੱਡ ਸਕਣਗੇ? ਆਪਾਂ ਕਿੰਨੇ ਜ਼ਿਆਦਾ ਟੈਨਸ਼ਨ 'ਚ ਹੁੰਦੇ ਹਾਂ ਕਿ ਇਸ ਉਮਰ 'ਚ ਨਿਆਣੇ ਨੇ ਪੜ੍ਹਨਾ, ਉਹਨੇ ਕਰੀਅਰ ਬਣਾਉਣਾ, ਆਪਾਂ ਉਹਨੂੰ ਘਰੇ ਬੰਨ੍ਹ ਕੇ ਵੀ ਨਹੀਂ ਰੱਖ ਸਕਦੇ, ਬਾਹਰ ਭੇਜਣਾ ਵੀ ਸਾਡੀ ਮਜਬੂਰੀ ਆ ਹਨਾ। ਤੇ ਫਿਰ ਉਹ ਨਿਆਣਾ ਕਿਵੇਂ ਦੁਬਾਰਾ ਇਹਨਾਂ ਚੀਜ਼ਾਂ ਨੂੰ ਛੱਡ ਕੇ ਸਹੀ ਜ਼ਿੰਦਗੀ 'ਚ ਵਾਪਸ ਆਊ? ਤੇ ਇਹ ਮੈਨੂੰ ਲੱਗਦਾ ਕਿ ਪਤਾ ਸਾਰੇ ਲੋਕਾਂ ਨੂੰ ਹੀ ਆ ਹਨਾ। ਸਰਕਾਰਾਂ ਨੂੰ ਕਿਤੇ ਪਤਾ ਨਹੀਂ ਕਿ ਲਿਕਰ ਸ਼ਾਪ ਬੱਚਿਆਂ ਨੂੰ ਕੰਸੈਸ਼ਨ ਦੇ ਰਹੇ ਨੇ, ਜਾਂ ਕਿਸੇ ਆਪਣੇ ਵਰਗੇ ਲੋਕ ਜਿਹੜੇ ਇਹਨਾਂ ਚੀਜ਼ਾਂ ਨੂੰ ਜਾਣਦੇ, ਆਪਾਂ ਵੀ ਅੱਖਾਂ ਬੰਦ ਕਰਕੇ ਲੰਘਦੇ ਆ ਹਨਾ। ਤੇ ਸਾਡੇ ਨਿਆਣਿਆਂ ਨੇ ਇਹਨਾਂ ਯੂਨੀਵਰਸਿਟੀਆਂ 'ਚ ਪੜ੍ਹਨਾ, ਸਾਡੇ ਨਿਆਣਿਆਂ ਨੇ ਇਹਨਾਂ ਲੋਕਾਂ ਨੂੰ ਜਾ ਕੇ ਮਿਲਣਾ, ਤੇ ਜਿੱਥੇ ਇੱਕ ਬੱਚਾ ਕਲਾਸ 'ਚ ਜਾ ਰਿਹਾ, ਉਹਨੂੰ ਪਤਾ ਕਿ 20 ਨਿਆਣੇ ਇਹ ਚੀਜ਼ ਕਰਦੇ ਨੇ ਤੇ ਉਹਨੂੰ ਇਹ ਚੀਜ਼ ਨਾਰਮਲ ਨਹੀਂ ਲੱਗੂਗੀ। ਮੈਨੂੰ ਇੱਕ ਦਿਨ ਮੈਂ ਇੱਕ ਆਟੋ ਤੇ ਗਈ, ਬਾਪੂ ਜੀ ਨੇ ਪਰਨਾ ਬੰਨਿਆ ਹੋਇਆ ਸੀਗਾ, ਤੇ ਉਸੇ ਯੂਨੀਵਰਸਿਟੀ ਦੇ ਅੱਗੋਂ ਅਸੀਂ ਲੰਘੇ, ਤੇ ਉਹਨਾਂ ਨੇ ਆਪ ਹੀ ਮੇਰੇ ਨਾਲ ਗੱਲ ਕਰਨੀ ਸ਼ੁਰੂ ਕੀਤੀ। ਕਹਿੰਦੇ ਵੀ ਤੁਸੀਂ ਦੇਖੋ ਇੱਥੇ ਬੱਚਿਆਂ ਦੇ ਕੱਪੜੇ ਕਿਹੋ ਜਿਹੇ ਨੇ ਹਨਾ, ਮਤਲਬ ਬੱਚੇ ਬਹੁਤ ਹੀ ਜ਼ਿਆਦਾ ਸ਼ਾਰਟ ਤਰੀਕੇ ਦੇ ਕੱਪੜੇ ਪਾਉਂਦੇ ਨੇ। ਤੇ ਕਹਿੰਦੇ ਵੀ ਉਹ ਵੀ ਮੰਨਦੇ ਆ ਵੀ ਅੱਜ ਕੱਲ੍ਹ ਜ਼ਮਾਨਾ, ਤੁਸੀਂ ਆਪਣੇ ਨਿਆਣੇ ਨੂੰ ਰੋਕ ਨਹੀਂ ਸਕਦੇ। ਕਹਿੰਦੇ ਪਰ ਨਸ਼ੇ ਨਾਲ ਰੱਜੇ ਹੁੰਦੇ ਨੇ ਬੱਚੇ, ਸ਼ਾਮ ਨੂੰ 7-8 ਵਜੇ ਤੋਂ ਬਾਅਦ ਤੁਸੀਂ ਇਸ ਰੋਡ ਤੋਂ ਲੰਘ ਨਹੀਂ ਸਕਦੇ। ਤੇ ਕਹਿੰਦੇ ਜਦੋਂ ਸਾਡੇ ਨਿਆਣੇ ਇਹਨਾਂ ਕਾਲਜ ਯੂਨੀਵਰਸਿਟੀਆਂ 'ਚ ਜਾਣਗੇ ਤੇ ਅਸੀਂ ਉਹਨਾਂ ਨੂੰ ਰੋਕਾਂਗੇ, ਕਹਿੰਦੇ ਉਹੀ ਨਿਆਣੇ ਸਾਡੇ ਵਿਰੁੱਧ ਹੋ ਜਾਣਗੇ ਵੀ ਤੁਸੀਂ ਸਾਨੂੰ ਹੀ ਜ਼ਿੰਦਗੀ ਨਹੀਂ ਜਿਉਣ ਦਿੰਦੇ, ਹੋਰ ਹਰ ਬੰਦਾ ਆਪਦੀ ਜ਼ਿੰਦਗੀ ਜਿਉ ਰਿਹਾ ਹਨਾ। ਤੇ ਮੈਨੂੰ ਲੱਗਦਾ ਕਿ
ਇਹ ਜ਼ਿੰਦਗੀ ਜਿਉਣ ਦਾ ਕਿਹੜਾ ਢੰਗ ਆ ਜਿੱਥੇ ਤੁਹਾਨੂੰ ਸ਼ਾਮ ਨੂੰ 6 ਵਜੇ ਤੋਂ ਬਾਅਦ ਪਤਾ ਹੀ ਨਹੀਂ ਵੀ ਮੈਂ ਕੀ ਖਾ ਰਿਹਾ, ਕੀ ਪੀ ਰਿਹਾ, ਜਾਂ ਮੈਂ ਕਿਹਦੇ ਨਾਲ ਆ ਰਿਹਾ ਤੇ ਕਿਹਦੇ ਨਾਲ ਜਾ ਰਿਹਾ। ਨਾਲੇ ਜ਼ਿੰਦਗੀ ਦੇ ਪਹਿਲਾਂ ਅਰਥ ਸਾਨੂੰ ਸਮਝਣਾ ਚਾਹੀਦਾ ਵੀ ਜ਼ਿੰਦਗੀ ਹੈ ਕੀ। ਜ਼ਿੰਦਗੀ ਬਰਬਾਦ ਕਰਨ ਲਈ ਨਹੀਂ ਮਿਲੀ ਤੁਹਾਨੂੰ, ਜ਼ਿੰਦਗੀ ਮਾਣਨ ਦੇ ਲਈ ਮਿਲੀ ਆ। ਬਿਲਕੁਲ। ਜਿਵੇਂ ਤੁਸੀਂ ਕਿਹਾ ਕਿ ਜੇ ਮਤਲਬ ਕਲਾਸ 'ਚ 20 ਨਿਆਣੇ ਨਸ਼ਾ ਕਰ ਰਹੇ ਨੇ, ਤੁਹਾਡਾ ਨਿਆਣਾ ਉੱਥੇ ਜਾ ਰਿਹਾ ਜਾਂ ਆਪਣੇ 'ਚੋਂ ਕਿਸੇ ਦਾ ਕੋਈ ਵੀ ਨਿਆਣਾ ਉੱਥੇ ਜਾ ਰਿਹਾ, ਤੁਹਾਨੂੰ ਇਹ ਚੀਜ਼ਾਂ ਨੋਰਮਲ ਲੱਗਣ ਲੱਗ ਜਾਣਗੀਆਂ, ਕਿਉਂਕਿ ਭੈਣੇ ਐਨਰਜੀਆਂ ਤੁਹਾਡੇ ਤੇ ਪ੍ਰਭਾਵ ਪਾਉਂਦੀਆਂ ਨੇਗੀਆਂ। ਜਿਵੇਂ ਕੁਝ ਦਿਨ ਪਹਿਲਾਂ ਹੀ ਮੈਂ ਤੇ ਰਾਜਪੁਰਾ ਬਾਈ ਕਿਸੇ ਕਲਾਕਾਰ ਨੂੰ ਮਿਲ ਗਏ, ਤਾਂ ਮਤਲਬ ਅਸੀਂ ਮਿਲਣ ਕਿਸੇ ਹੋਰ ਸਿਲਸਿਲੇ 'ਚ ਗਏ ਤੇ ਬੱਚਿਆਂ ਦੀਆਂ ਹੀ ਉੱਥੇ ਗੱਲਾਂ ਤੁਰ ਰਹੀਆਂ ਸੀ, ਚੱਲ ਰਹੀਆਂ ਸੀ। ਤਾਂ ਉਹਨਾਂ ਨੇ ਕਿਹਾ ਕਿ ਇਹ ਬਹੁਤ ਮਾਇਨੇ ਰੱਖਦਾ ਕਿ ਤੁਹਾਡਾ ਨਿਆਣਾ ਕਿਹੋ ਜਿਹੀ ਊਰਜਾ ਵਾਲੇ ਲੋਕਾਂ ਦੇ ਵਿੱਚ ਵਿਚਰ ਰਿਹਾ, ਭਾਵੇਂ ਉਹ ਘਰ ਆ, ਭਾਵੇਂ ਉਹ ਉਹਦੇ ਪੜ੍ਹਨ ਵਾਲੀ ਥਾਂ ਆ, ਭਾਵੇਂ ਉਹ ਕੰਮ ਕਰਨ ਵਾਲੀ ਥਾਂ ਆ, ਹੈ ਨਾ। ਉਹ ਕਹਿੰਦੇ ਸਾਨੂੰ ਇਸ ਚੀਜ਼ ਨੂੰ ਮੰਨਣਾ ਚਾਹੀਦਾ ਕਿ ਐਨਰਜੀਜ਼ ਟਰਾਂਸਫਰ ਹੁੰਦੀਆਂ ਨੇ, ਵੀ ਜਿਹੋ ਜਿਹੇ ਲੋਕਾਂ 'ਚ ਤੁਸੀਂ ਬਹਿਣ ਉੱਠਣ ਲੱਗ ਜਾਂਦੇ ਹੋ, ਤੁਸੀਂ ਉੱਦਾਂ ਦੇ ਹੀ ਹੋਣ ਲੱਗ ਜਾਂਦੇ ਹੋ, ਹੈ ਨਾ, ਚਾਹੇ ਤੁਸੀਂ ਆਪਣੀ ਸੁਰਤ ਦੇ ਵਿੱਚ ਹੀ ਹੋ, ਹੈ ਨਾ। ਸੋ ਮੈਂ ਕਹਿੰਦੀ ਨਿਆਣਿਆਂ ਨੂੰ ਵੀ ਇਸ ਚੀਜ਼ ਦੀ, ਆਪਾਂ ਕਹਿੰਦੇ ਕਿ ਅੱਜ ਦੇ ਨਿਆਣੇ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ, ਬਹੁਤ ਸਮਾਰਟ ਨੇ, ਆਪਣੇ ਨਾਲੋਂ ਸੱਚੀ ਜ਼ਿਆਦਾ ਸਮਾਰਟ ਨੇ। ਇਹਨਾਂ ਨੂੰ ਪਤਾ ਕਿ ਲਾਈਫ 'ਚ ਆਹ ਸਬਜੈਕਟ ਅਸੀਂ ਪੜ੍ਹਤਾ, ਇਹਦਾ ਇਹ ਬਣੂ ਜਾਂ ਆਹ ਕਰੀਅਰ ਆਪਸ਼ਨ ਨੇ ਸਾਡੇ ਕੋਲੇ, ਹੈ ਨਾ। ਆਪਾਂ ਨੂੰ ਇੱਕੋ ਇੱਕ ਕਰੀਅਰ ਆਪਸ਼ਨ ਪਤਾ ਸੀ, ਟੀਚਿੰਗ ਕੁੜੀਆਂ ਦੇ ਲਈ, ਹੈ ਨਾ। ਹੁਣ ਅੱਜ ਦੇ ਨਿਆਣਿਆਂ ਨੂੰ ਕਿੰਨੇ ਜ਼ਿਆਦਾ ਕਰੀਅਰ ਆਪਸ਼ਨ ਪਤਾ ਨੇ। ਤੇ ਮੈਂ ਕਹਿੰਦੀ ਉੱਥੇ ਸਾਨੂੰ ਫਿਰ ਇਹ ਵੀ ਪਤਾ ਹੋਣਾ ਚਾਹੀਦਾ ਕਿ ਮੇਰੇ ਆਲੇ ਦੁਆਲੇ ਦੇ ਲੋਕ ਕਿੱਦਾਂ ਦੇ ਨੇ, ਬਿਲਕੁਲ, ਮੈਨੂੰ ਕਿਹੋ ਜਿਹੀ ਸਲਾਹ ਦੇ ਰਹੇ ਨੇ, ਅਸਲ 'ਚ ਮੇਰੀ ਜ਼ਿੰਦਗੀ ਕੀ ਆ, ਜ਼ਿੰਦਗੀ ਹੈ ਕੀ, ਹੈ ਨਾ। ਜ਼ਿੰਦਗੀ ਦੇ ਵਿੱਚ ਆਜ਼ਾਦੀ ਦੇ ਮਾਇਨੇ ਵੀ ਕੀ ਨੇ, ਹੈ ਨਾ। ਜੇ ਆਪਾਂ ਕਹੀਏ ਨਸ਼ਾ ਕਰਨਾ ਤਾਂ ਮੈਂ ਕਹਿੰਦੀ ਕੋਈ ਆਜ਼ਾਦੀ ਨਹੀਂ ਹੈਗੀ, ਹੈ ਨਾ। ਇਹ ਤਾਂ ਤੁਹਾਡੀ ਜ਼ਿੰਦਗੀ ਨੂੰ ਤੁਸੀਂ ਇੱਕ ਆਪਣੇ ਆਪ ਨੂੰ ਉਹੋ ਜਿਹਾ ਰੋਗ ਲਾ ਰਹੇ ਹੋ ਜਿਹਦਾ ਨਾ ਕੋਈ ਇਲਾਜ ਆ ਤੇ ਨਾ ਤੋਂ ਇਹ ਛੱਡ ਹੋਣਾ ਵਾ, ਤੇ ਇਹਦਾ ਅੰਤ ਮੌਤ ਹੀ ਹੋਣਾ, ਹੈ ਨਾ। ਪਹਿਲੀ ਗੱਲ ਤਾਂ ਆਪਾਂ ਜਦੋਂ ਕਹਿੰਦੇ ਕਿ ਮੇਰੀ ਲਾਈਫ ਆ, ਮੈਨੂੰ ਮੈਂ ਜੋ ਕਰ ਰਹੀ ਹਾਂ ਮੇਰੀ ਲਾਈਫ ਆ, ਮੈਂ ਕਰੂੰਗੀ ਉੱਦਾਂ, ਹੈ ਨਾ। ਪਹਿਲਾਂ ਲਾਈਫ ਦਾ ਮਤਲਬ ਤਾਂ ਸਮਝ ਲਓ ਵੀ ਕੀ ਆ, ਹੈ ਨਾ। ਜਿਵੇਂ ਮੈਂ ਕਿਹਾ ਵੀ ਕਿਸੇ ਉਹ ਬੰਦੇ ਨੂੰ ਮਿਲੋ ਜਾ ਕੇ ਜਿਹਨੂੰ ਡਾਕਟਰ ਨੇ ਕਹਿਤਾ ਤੇਰੇ ਕੋਲ 6 ਮਹੀਨੇ ਨੇ, ਤੇਰੇ ਕੋਲੇ 2 ਹੀ ਮਹੀਨੇ ਨੇ, ਤੇਰੇ ਕੋਲੇ 7 ਹੀ ਦਿਨ ਨੇਗੇ, ਹੈ ਨਾ। ਜਾਂ ਕੋਈ ਇਸ ਟਾਈਮ ਪੇਸ਼ੈਂਟ ਹੋਣਗੇ ਜਿਹੜੇ ਵੈਂਟੀਲੇਟਰ 'ਤੇ ਹੋਣਗੇ ਹਸਪਤਾਲਾਂ ਦੇ ਵਿੱਚ, ਇਸ ਟਾਈਮ ਉਹਨਾਂ ਦਾ ਪਰਿਵਾਰ ਜਾਂ ਉਹ ਆਪ ਅੜਿੱਕ ਰਹੇ ਹੋਣਗੇ ਕਿ ਕਦੋਂ ਸਾਨੂੰ ਡਾਕਟਰ ਕਵੇ ਕਿ ਤੁਹਾਡੀ ਬਚਣ ਦੇ ਚਾਂਸਿਸ ਹੈਗੇ ਨੇ, ਹੈ ਨਾ। ਮੈਂ ਕਹਿੰਦੀ ਉਹਨਾਂ ਲੋਕਾਂ ਨੂੰ ਜਾ ਕੇ ਪੁੱਛੋ ਕਿ ਜ਼ਿੰਦਗੀ ਹੁੰਦੀ ਕੀ ਆ, ਜ਼ਿੰਦਗੀ ਦੀ ਕੀਮਤ ਕੀ ਆ, ਜਿਉਂਦੇ ਰਹਿਣਾ ਕੀ ਹੁੰਦਾ ਆ, ਹੈ ਨਾ। ਆਪਾਂ ਹਰ ਗੱਲ ਤੇ ਨਿਆਣੇ ਅੱਜ ਕੱਲ੍ਹ ਕਹਿ ਦਿੰਦੇ ਨੇ ਕਿ ਮੇਰੀ ਜ਼ਿੰਦਗੀ ਆ, ਮੇਰੀ ਲਾਈਫ ਆ, ਮੈਂ ਜੋ ਮਰਜ਼ੀ ਕਰਾਂ, ਮੇਰੀ ਫਰੀਡਮ ਆ ਇਹ, ਹੈ ਨਾ। ਫਰੀਡਮ ਇਹ ਨਹੀਂ ਹੁੰਦੀ ਕਿ ਤੁਸੀਂ ਆਪਣੀ ਲਾਈਫ ਨੂੰ ਖਰਾਬ ਕਰੋ। ਫਰੀਡਮ ਸਾਨੂੰ ਉਸ ਚੀਜ਼ ਲਈ ਮੰਗਣੀ ਚਾਹੀਦੀ ਹੈ ਜਿਹੜੀ ਸਾਡੀ ਜ਼ਿੰਦਗੀ ਨੂੰ ਬਣਾਵੇ ਅੱਗੇ ਜਾ ਕੇ। ਹੁਣ ਜੇ ਅੱਜ ਕੱਲ੍ਹ ਕੋਈ ਮਾਂ-ਬਾਪ ਕਿਸੇ ਨਿਆਣੇ ਨੂੰ ਪੜ੍ਹਨ ਤੋਂ ਰੋਕੇ ਨਾ, ਉੱਥੇ ਆਪਾਂ ਕਹਿ ਸਕਦੇ ਹਾਂ ਵੀ ਇਹਨੂੰ ਫਰੀਡਮ ਆ, ਬਿਲਕੁਲ, ਇਹ ਪੜ੍ਹ ਸਕਦਾ ਆ, ਹੈ ਨਾ। ਕੋਈ ਕੁੜੀ ਪੜ੍ਹੀ ਲਿਖੀ ਆ, ਉਹ ਨੌਕਰੀ ਕਰਨਾ ਚਾਹੁੰਦੀ ਆ, ਪਰ ਉਹਨੂੰ ਆਲਾ ਦੁਆਲਾ ਜਾਂ ਉਹਦਾ ਪਰਿਵਾਰ ਨਹੀਂ ਕਰਨ ਦੇ ਰਿਹਾ ਹੈਗਾ, ਆਪਾਂ ਉੱਥੇ ਕਹਿ ਸਕਦੇ ਹਾਂ ਵੀ ਦੇਖੋ ਮੇਰੀ ਜ਼ਿੰਦਗੀ ਹੈ, ਮੈਨੂੰ ਫਰੀਡਮ ਆ, ਮੈਂ ਡਿਸੀਜਨ ਲੈ ਸਕਦੀ ਹਾਂ ਕਿ ਮੈਂ ਨੌਕਰੀ ਕਰਨੀ ਆ, ਹੈ ਨਾ। ਇਹੋ ਜਿਹੇ ਕੰਮਾਂ ਦੇ ਵਿੱਚ ਤੁਸੀਂ ਦੱਸੋ ਕਿ ਮੇਰੀ ਜ਼ਿੰਦਗੀ ਆ, ਮੈਂ ਫੈਸਲਾ ਲੈ ਸਕਦੀ ਹਾਂ। ਤੁਸੀਂ ਆਪਣੀ ਜ਼ਿੰਦਗੀ 'ਚ ਇੱਕ ਗਲਤ ਕਦਮ ਲੈਣ ਲਈ ਤੁਸੀਂ ਕਹਿ ਰਹੇ ਹੋ ਕਿ ਮੇਰੀ ਜ਼ਿੰਦਗੀ ਆ, ਮੈਨੂੰ ਫਰੀਡਮ ਆ, ਮੈਂ ਕਰ ਸਕਦੀ ਹਾਂ ਨਾ, ਉਹ ਤਾਂ ਕੋਈ ਫਰੀਡਮ ਨਹੀਂ ਹੋਈ, ਹੈ ਨਾ। ਸਹੀ ਗੱਲ। ਜਿੱਥੇ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਜ਼ਿੰਦਗੀ ਦੇ ਮਾਇਨੇ ਕੀ ਹੁੰਦੇ ਨੇ ਜਾਂ ਇਸ ਜ਼ਿੰਦਗੀ ਦੀ ਕੀਮਤ ਕੀ ਆ, ਹੈ ਨਾ। ਜਿਵੇਂ ਆਪਾਂ ਜਦੋਂ ਸਕੂਲ ਪੜ੍ਹਦੇ ਹੁੰਦੇ ਸੀਗੇ ਤਾਂ ਆਪਣੇ ਨਾਲ ਦੀ ਕਹਿ ਦਿੰਦੇ ਸੀ ਯਾਰ ਆਪਾਂ ਇਹਦੇ ਨਾਲ ਨਹੀਂ ਬੈਠੇ ਉੱਠਿਆ ਕਰਨਾ, ਆਪਾਂ ਇਹਦੇ ਨਾਲ ਨਹੀਂ ਗੱਲ ਕਰਿਆ ਕਰਨੀ, ਹੈ ਨਾ। ਉਦੋਂ ਸ਼ਾਇਦ ਤੁਸੀਂ ਕਹਿ ਲਓ ਜਾਂ ਸਮਾਂ ਆਪਣੇ ਮਾਂ-ਬਾਪ ਦਾ ਸਮਾਂ ਉਸ ਤੋਂ ਜ਼ਿਆਦਾ ਚੰਗਾ ਸੀਗਾ, ਹੈ ਨਾ। ਆਪਣੇ ਨਾਲ ਦੇ ਆਪਾਂ ਨੂੰ ਕਿੰਨੀਆਂ ਗੱਲਾਂ ਤੇ ਰੋਕ ਦਿੰਦੇ ਹੁੰਦੇ ਸੀਗੇ, ਹੈ ਨਾ। ਅਸੀਂ ਪੂਰੀ ਪੜ੍ਹਾਈ ਕਰ ਲਈ ਸੀ, ਪੀਜੀ ਡਿਪਲੋਮੇ 'ਚ ਆ ਕੇ ਮੈਨੂੰ ਫੋਨ ਮਿਲਿਆ ਸੀਗਾ, ਉਹ ਵੀ ਉਸ ਕਰਕੇ ਕਿਉਂਕਿ ਮੈਂ CR ਸੀ, ਤਾਂ ਉੱਥੇ ਤੁਹਾਨੂੰ ਇੱਕ ਨੰਬਰ ਆਪਣੇ ਪ੍ਰਿੰਸੀਪਲ ਆਫਿਸ 'ਚ ਦੇਣਾ ਪੈਂਦਾ ਆ, ਹੈ ਨਾ, ਕੰਟੈਕਟ ਦੇ ਲਈ। ਉਹਦੇ ਕਰਕੇ ਮੈਨੂੰ ਫੋਨ ਮਿਲਿਆ ਕਿਉਂਕਿ ਸਾਡਾ ਜਿਹੜਾ ਸਰਕਲ ਸੀ ਪੂਰਾ, ਉਹਦੇ ਪੂਰੇ ਕੋਲ ਹੀ ਫੋਨ ਹੈ ਨਹੀਂ ਸੀਗਾ, ਹੈ ਨਾ। ਤਾਂ ਉਹਨਾਂ ਨੇ ਕਹਿਣਾ ਯਾਰ ਆਪਾਂ ਨੂੰ ਸੱਚੀ ਨਹੀਂ ਲੋੜ ਹੈਗੀ। ਅੱਗੇ ਤੁਹਾਡਾ ਆਲਾ ਦੁਆਲਾ ਵੀ ਉੱਦਾਂ ਦਾ ਹੁੰਦਾ ਸੀਗਾ ਵੀ ਤੁਹਾਨੂੰ ਗਲਤ ਪਾਸੇ ਜਾਣ ਤੋਂ ਰੋਕਦਾ ਸੀ, ਹੈ ਨਾ। ਹੁਣ ਸਾਰੇ ਉਹੋ ਜਿਹੇ ਨੇ, ਤੁਹਾਨੂੰ ਰੋਕੇ ਕਿਹੜਾ। ਇਸ ਲਈ ਮੈਂ ਕਹਿੰਦੀ ਹਾਂ ਨਾ ਤਾਂ ਮਾਂ-ਬਾਪ ਦੇ ਕਹਿਣ ਦੀ ਲੋੜ ਹੋਵੇ ਤੁਹਾਨੂੰ, ਨਾ ਕਿਸੇ ਦੋਸਤ ਮਿੱਤਰ ਦੀ, ਨਾ ਆਲੇ ਦੁਆਲੇ ਦੀ। ਨਿਆਣਿਆਂ ਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਰਾਹ ਤੇ ਅਸੀਂ ਚੱਲ ਰਹੇ ਹਾਂ ਉਹਦਾ ਰਿਜ਼ਲਟ ਕੀ ਆ ਤੇ ਇਹ ਸਹੀ ਆ ਜਾਂ ਫਿਰ ਗਲਤ ਆ, ਸਹੀ ਹੈ ਨਾ। ਹੁਣ ਇੱਕ ਚੀਜ਼ ਤਾਂ ਗੁਰਦੀਪ ਨਿਆਣਿਆਂ ਨੂੰ ਵੀ ਸੋਚਣੀ ਚਾਹੀਦੀ ਹੈ, ਹਨਾ। ਹੁਣ ਆਪਾਂ ਦਿਨ ਰਾਤ ਭੱਜੇ ਫਿਰਦੇ ਹਾਂ, ਹਨਾ, ਕਿ ਸਾਡੇ ਨਿਆਣੇ ਨੂੰ ਚੰਗੀ ਐਜੂਕੇਸ਼ਨ ਮਿਲੇ, ਵਧੀਆ ਤੋਂ ਵਧੀਆ ਇੰਸਟੀਟਿਊਟ 'ਚ ਜਾਂ ਬਹੁਤ ਵਧੀਆ ਯੂਨੀਵਰਸਿਟੀ ਤੱਕ ਹੋ ਜਾਵੇ, ਹਨਾ।
ਪਰ ਹੁਣ ਜੇ ਤੁਸੀਂ ਉਸ ਯੂਨੀਵਰਸਿਟੀ 'ਚ ਜਾਂ ਉਸ ਕਾਲਜ 'ਚ ਜਾ ਕੇ ਹਰ ਚੀਜ਼ ਨੂੰ ਇੰਜੋਏ ਕਰਨਾ ਚਾਹੁੰਦੇ ਆ, ਇਹ ਮੈਨੂੰ ਲੱਗਦਾ ਜ਼ਿੰਦਗੀ ਨਹੀਂ ਹੈਗੀ, ਹੈ ਨਾ। ਉਹਦੇ 'ਚ ਤਾਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਵੀ ਹੋਣਗੀਆਂ ਜਿਹੜੀਆਂ ਨਾ ਤਾਂ ਸ਼ਾਇਦ ਆਪਣੇ ਕਲਚਰ 'ਚ ਨੇ, ਹੈ ਨਾ। ਆਪਾਂ ਇਸੇ ਲਈ ਕਹਿੰਦੇ ਹੁੰਦੇ ਹਾਂ ਕਿ ਨਿਆਣੇ ਨੂੰ, ਹਰ ਬੰਦੇ ਨੂੰ ਆਪਣੇ ਕਲਚਰ ਬਾਰੇ ਦੱਸਣਾ ਚਾਹੀਦਾ, ਹੈ ਨਾ। ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਕਿਸੇ ਹੋਰ ਸਟੇਟ ਦਾ ਕਲਚਰ ਹੋ ਸਕਦੀਆਂ ਨੇ, ਸਾਡਾ ਨਹੀਂ ਹੈਗੀਆਂ, ਪਰ ਅਸੀਂ ਫਿਰ ਵੀ ਉਹਨਾਂ ਨੂੰ ਫੋਲੋ ਕਰਦੇ ਹਾਂ ਕਿਉਂਕਿ ਅਸੀਂ ਦੂਜਿਆਂ ਨੂੰ ਕਰਦੇ ਹੋਏ ਦੇਖ ਰਹੇ ਹਾਂ ਨਾ। ਹੁਣ ਇੱਕ ਮਾਂ ਪਿਓ ਨੇ, ਉਹ ਨਿਆਣੇ ਨੂੰ 1000 ਰੁਪਏ ਦੀ 2000 ਦੀ ਟੀ-ਸ਼ਰਟ ਲੈ ਦਿੰਦੇ ਆ, ਪਰ ਉਹਨੂੰ 800-900 ਦੀ ਬੋਤਲ ਨਹੀਂ ਲੈ ਕੇ ਦੇਣਗੇ। ਕਿਉਂ ਨਹੀਂ ਲੈ ਕੇ ਦੇਣਗੇ? ਕਿਉਂਕਿ ਉਹਨਾਂ ਨੂੰ ਪਤਾ ਇਹ ਤੇਰੇ ਲਈ ਚੰਗੀ ਚੀਜ਼ ਨਹੀਂ ਹੈਗੀ, ਹੈ ਨਾ। ਹੁਣ ਜੇ ਨਿਆਣਾ ਕਹਿ ਰਿਹਾ ਕਿ ਤੁਸੀਂ ਬਾਕੀ ਸਾਰੀਆਂ ਸਹੂਲਤਾਂ ਤਾਂ ਪੂਰੀਆਂ ਕਰ ਰਹੇ ਹੋ, ਇਹ ਆਜ਼ਾਦੀ ਨਹੀਂ ਤੁਸੀਂ ਮੈਨੂੰ ਦੇ ਰਹੇ, ਹੈ ਨਾ, ਤਾਂ ਫਿਰ ਉੱਥੇ ਨਿਆਣੇ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਮੇਰੇ ਸਰੀਰ ਲਈ, ਮੇਰੇ ਮਨ ਲਈ ਕੱਲੀ ਖਰਾਬ ਚੀਜ਼ ਨਹੀਂ, ਇਹ ਮੇਰੀ ਫੈਮਿਲੀ ਤੇ ਮੇਰੀ ਸੁਸਾਇਟੀ ਲਈ ਵੀ ਬਹੁਤ ਭਿਆਨਕ ਚੀਜ਼ ਆ, ਨਾ। ਹੁਣ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਆਪਾਂ ਗਲੀ ਮੁਹੱਲੇ 'ਚ ਚੋਰੀ ਹੋ ਜਾਂਦੀ ਆ, ਉਹਨੂੰ ਕੋਈ ਸੀਰੀਅਸ ਨਹੀਂ ਲੈਂਦਾ। ਲੋਕੀ ਕਹਿ ਦਿੰਦੇ ਆ ਨਸ਼ੇੜੀਆਂ ਨੇ ਕੀਤੀ, ਖਾਣ ਪੀਣ ਵਾਲਿਆਂ ਦਾ ਨਾ। ਮਤਲਬ ਖਾਣ ਪੀਣ ਵਾਲੇ ਤੁਸੀਂ ਦੇਖੋ ਵੀ ਕਿੱਡਾ ਵੱਡਾ ਖਤਰਾ ਨੇ ਸੁਸਾਇਟੀ ਲਈ, ਹੈ ਨਾ। ਜਿਹੜਾ ਬੰਦਾ ਅੱਜ ਨੋਰਮਲ ਸੜਕ ਤੇ ਜਾਂਦੇ ਬੰਦੇ ਨੂੰ ਲੁੱਟ ਸਕਦਾ, ਉਹ ਕੱਲ ਨੂੰ ਕਿਸੇ ਦੇ ਘਰੇ ਵੜ ਕੇ ਵੀ ਉਹਨੂੰ ਲੁੱਟੂਗਾ। ਉਹ ਫਿਰ ਜਿਹੜਾ ਕੋਈ ਵਿਰੋਧ ਕਰੂਗਾ ਉਹਨੂੰ ਵੀ ਮਾਰੂਗਾ। ਉਹ ਸੜਕਾਂ ਤੇ ਜਾਂਦੇ ਲੋਕਾਂ ਨੂੰ ਵੀ ਲੁੱਟਦਾ, ਹੈ ਨਾ। ਕਿੰਨੇ ਜ਼ਿਆਦਾ ਲੋਕੀ ਨੇ ਜਿਹੜੇ ਇਸ ਹਾਦਸਿਆਂ 'ਚ ਜਾਨ ਗਵਾ ਲੈਂਦੇ ਕਿ ਫੋਨ ਖੋ ਰਹੇ ਸੀ ਜੀ, ਬੰਦੇ ਤੋਂ ਆਪਦਾ ਵਹੀਕਲ ਕੰਟਰੋਲ 'ਚ ਨਹੀਂ ਹੋਇਆ, ਉਹ ਕਿਸੇ ਹੋਰ ਚੀਜ਼ 'ਚ ਵੱਜ ਗਿਆ, ਹੈ ਨਾ। ਤੇ ਮੈਨੂੰ ਲੱਗਦਾ ਕਿ ਸਭ ਤੋਂ ਪਹਿਲੀ ਨਬਜ਼ ਤਾਂ ਸਾਨੂੰ ਇਹੀ ਫੜਨੀ ਚਾਹੀਦੀ ਆ। ਆਪਾਂ ਹਮੇਸ਼ਾ ਕਹਿੰਦੇ ਕਿ ਸਾਡੀ ਨਾ ਐਜੂਕੇਸ਼ਨ ਸਿਸਟਮ 'ਚ ਬਹੁਤ ਸਾਰੀਆਂ ਕਮੀਆਂ ਨੇ। ਆਪਾਂ ਨਿਆਣੇ ਨੂੰ ਹਰ ਦੁਨੀਆ ਦੀ ਕਿਤਾਬ ਪੜ੍ਹਾਉਣਾ ਚਾਹੁੰਦੇ ਹਾਂ, ਪਰ ਉਹਨੂੰ ਅਸੀਂ ਜ਼ਿੰਦਗੀ ਦਾ ਕੋਈ ਲੈਸਨ ਨਹੀਂ ਪੜ੍ਹਾਉਣਾ ਚਾਹੁੰਦੇ, ਹੈ ਨਾ। ਸਾਡੇ ਬੱਚੇ ਅੱਜ ਕੱਲ੍ਹ ਕਿਸੇ ਦੀ ਇੱਜ਼ਤ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਉਹਨਾਂ ਨੂੰ ਲੱਗਦਾ ਕਿ ਇਹਦੇ ਤੱਕ ਮੈਨੂੰ ਲੈਣਾ ਦੇਣਾ ਹੀ ਕੋਈ ਨਹੀਂ, ਮੈਂ ਕਿਉਂ ਇਹਦੀ ਇੱਜ਼ਤ ਕਰਾਂ, ਹੈ ਨਾ। ਸੇਮ ਇਹੀ ਚੀਜ਼ ਹੈ, ਅਸੀਂ ਸਿਆਣੇ ਕਿਸੇ ਦੇ ਨਿਆਣੇ ਨੂੰ ਟੋਕਦੇ ਨਹੀਂ। ਕਿਉਂ ਨਹੀਂ ਟੋਕਦੇ? ਕਿਉਂਕਿ ਸਾਨੂੰ ਲੱਗਦਾ ਕਿਸੇ ਦਾ ਬੱਚਾ, ਇਹਦੀ ਨਿੱਜੀ ਜ਼ਿੰਦਗੀ, ਅਸੀਂ ਕੀ ਲੈਣਾ, ਹੈ ਨਾ। ਜਿਵੇਂ ਤੁਸੀਂ ਕਿਹਾ ਕਿ ਅੱਗੇ ਨਾ ਪਿੰਡ 'ਚੋਂ ਵੀ ਲੋਕ ਦੱਸ ਦਿੰਦੇ ਹੁੰਦੇ ਸੀ ਵੀ ਤੁਹਾਡਾ ਨਿਆਣਾ ਗਲਤ ਰਾਹ ਤੇ ਆ ਬਈ, ਇਹਨੂੰ ਕੰਟਰੋਲ ਕਰੋ। ਹੁਣ ਜੇ ਕੋਈ ਦੱਸਣ ਜਾਂਦਾ, ਅਗਲਾ ਕਹਿੰਦਾ ਤੂੰ ਕੀ ਲੈਣਾ, ਉਹਦੀ ਗੱਲ ਪੈ ਜਾਂਦਾ, ਆਪਾਂ ਉਹਦੇ ਹੀ ਗੱਲ ਪੈਂਦੇ ਆ। ਕਈ ਚੀਜ਼ਾਂ ਨਾ ਪਹਿਲਾਂ ਫੈਸ਼ਨ ਬਣਦੀਆਂ ਨੇ। ਫੈਸ਼ਨ ਕਿਵੇਂ ਬਣਦੀਆਂ ਨੇ ਕਿ ਘਰਾਂ 'ਚ ਲੋਕਾਂ ਨੇ ਉਹ ਇੱਕ ਬਾਰ ਕਾਊਂਟਰ ਜੇ, ਹੈ ਨਾ, ਬਣਾਉਣੇ ਸ਼ੁਰੂ ਕਰ ਲਏ ਸੀਗੇ। ਬਿਲਕੁਲ ਕਿ ਘਰੇ ਡਿਸਪਲੇ ਕਰਤੀ ਤੁਸੀਂ ਨੇ ਸ਼ਰਾਬ ਕੀ ਆਹ ਚੀਜ਼ ਹੈ। ਫਿਰ ਉਹ ਤੁਹਾਡਾ ਸਟੇਟਸ ਬਣ ਗਿਆ ਕਿ ਉਹ ਹਰ ਘਰ 'ਚ ਹੀ ਹੋਣੀਆਂ ਲਾਜ਼ਮੀ ਨੇ, ਹੈ ਨਾ। ਹੌਲੀ ਹੌਲੀ ਤੁਹਾਡੀ ਫਿਰ ਉਹ ਆਦਤ ਵੀ ਬਣੀਆਂ ਹੀ ਨੇ। ਤੇ ਜਿੱਥੇ ਕੋਈ ਵੀ ਬੱਚਾ, ਆਪਾਂ ਜਦੋਂ ਪੜ੍ਹਿਆ ਲਿਖਿਆ ਕੋਈ ਬੰਦਾ ਕਹਿੰਦਾ ਨਾ ਘਰ 'ਚ ਇਹ ਚੀਜ਼ ਹੋਣੀ ਨਹੀਂ ਚਾਹੀਦੀ, ਤੁਹਾਨੂੰ ਦੱਸਣ ਵਾਲੇ ਹੋ ਜਾਂਦੇ ਆ ਵੀ ਤੂੰ ਅੱਛਾ ਨਵੀਆਂ ਸਲਾਹਾਂ ਦੇਵੇਂਗਾ ਜਾਂ ਦੇਵੇਂਗੀ, ਹੈ ਨਾ। ਤੇ ਜਿੱਥੇ ਬੱਚਾ ਪਿਓ ਨੂੰ ਬੈਠਾ ਡਰਿੰਕ ਕਰਦਾ ਦੇਖ ਰਿਹਾ ਜਾਂ ਉਹਨੂੰ ਨਸ਼ੇ ਨਾਲ ਰੱਜੇ ਨੂੰ ਘਰੇ ਆਏ ਨੂੰ ਦੇਖ ਰਿਹਾ, ਉਹ 'ਚ ਕੱਲ੍ਹ ਨੂੰ ਪਿਓ 'ਚ ਕਿੱਥੋਂ ਜ਼ਰੂਰਤ ਆ ਜਾਊਗੀ ਵੀ ਉਹ ਬੱਚੇ ਨੂੰ ਕਹਿ ਦੇਵੇ ਇਹ ਚੀਜ਼ ਮਾੜੀ ਆ। ਜਾਂ ਉਹ ਮਾਵਾਂ ਜਿਹੜੀਆਂ, ਹੈ ਨਾ, ਅੱਜ ਕੱਲ੍ਹ ਪਾਰਟੀਆਂ ਦੇ ਨਾਂ 'ਤੇ ਆਪਾਂ ਕਹਿੰਦੇ ਨੇ ਵੀ ਕੁੜੀਆਂ ਵੀ ਚਲੋ ਲੈ ਲਓ, ਅਲਕੋਹਲ ਹੀ ਆ ਜਾਂ ਬੀਅਰ ਹੀ ਆ, ਇਹਦੇ 'ਚ ਕੀ ਆ। ਉਹ ਮਾਵਾਂ ਨਿਆਣਿਆਂ ਨੂੰ ਕਿੱਥੋਂ ਮੱਤ ਦੇਣਗੀਆਂ। ਤੇ ਨਾਲੇ ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਗੁਰਦੀਪ, ਕਿ ਕਿਸੇ ਨੂੰ ਪਤਾ ਹੁੰਦਾ ਕਿ ਕਿੰਨੀ ਕੁ ਚੀਜ਼ ਕੰਜ਼ਿਊਮ ਕਰਨੀ ਹੈ ਨਾ। ਕਿਸੇ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਵੀ ਚਾਹ ਦਾ ਇੰਨਾ ਕੁ ਕੱਪ ਲਾਜ਼ਮੀ ਹੈ ਕਿ ਇੰਨਾ ਕੱਪ ਲਾਜ਼ਮੀ ਹੈ ਨਾ। ਤੇ ਹੋ ਸਕਦਾ ਤੁਸੀਂ ਆਪਣੇ ਆਪ ਨੂੰ ਕੰਟਰੋਲ 'ਚ ਰੱਖਿਆ ਹੋਇਆ ਹੋਵੇ ਸਾਰੀ ਉਮਰ ਕਿ ਹਾਂ ਵੀ ਮੈਂ ਤਾਂ ਇੱਕ ਪੈਗ ਲਾ ਕੇ ਸੌਣ ਵਾਲਾ ਬੰਦਾ, ਜਾਂ ਮੈਂ ਸਿਰਫ ਇੰਨਾ ਕੁ ਖਾ ਕੇ ਸੌਣ ਵਾਲਾ ਬੰਦਾ। ਤੁਹਾਡੇ ਨਿਆਣਿਆਂ 'ਚ ਇਹ ਕੰਟਰੋਲ ਨਾ ਹੋਵੇ, ਫਿਰ ਤੁਸੀਂ ਕੀ ਕਰੋਗੇ, ਹੈ ਨਾ। ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡੇ ਨਿਆਣੇ ਨੇ। ਉਹਨਾਂ ਨੂੰ ਇਹੋ ਜਿਹੇ ਕਾਲਜਾਂ 'ਚ, ਇਹੋ ਜਿਹੀਆਂ ਯੂਨੀਵਰਸਿਟੀਆਂ 'ਚ ਭੇਜਣ ਤੋਂ ਪਹਿਲਾਂ ਜ਼ਰੂਰ ਸਿਖਾਓ ਕਿ ਤੇਰਾ ਉੱਥੇ ਜਾਣ ਦਾ ਮੋਟਿਵ ਕੀ ਆ। ਪਰਸਨਲ ਲਾਈਫ ਹੋਣਾ ਕੀ ਹੁੰਦਾ, ਕਿ ਪਰਸਨਲ ਤੁਹਾਡਾ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ, ਹੈ ਨਾ। ਅਤੇ ਦੂਜੀ ਚੀਜ਼ ਹੈ ਕਿ ਇਹੋ ਜਿਹੀਆਂ ਜਿਹੜੇ ਜਿਵੇਂ ਐਵੇਂ ਦੇ ਕੋਈ ਬਾਰ ਨੇ ਜਿਹੜੇ ਬੱਚਿਆਂ ਨੂੰ ਕੰਸੈਸ਼ਨ ਦੇ ਰਹੇ ਨੇ, ਮੈਨੂੰ ਲੱਗਦਾ ਉਹਨਾਂ ਨੂੰ ਜਾ ਕੇ ਇੱਕ ਵਾਰ ਪੁੱਛਣਾ ਜ਼ਰੂਰ ਚਾਹੀਦਾ ਵੀ ਅੱਛਾ ਤੁਹਾਡਾ ਇਹ ਚੀਜ਼ ਕਰਨ ਦਾ ਮਕਸਦ ਕੀ ਆ, ਹੈ ਨਾ। ਜਿਹੜਾ ਬੰਦਾ ਨਸ਼ਾ ਕਰਦਾ, ਜਦੋਂ ਉਹਦੇ ਪੈਸੇ ਪੂਰੇ ਨਹੀਂ ਹੁੰਦਾ, ਇਹ ਜ਼ਾਹਿਰ ਜੀ ਗੱਲ ਆ 100% ਉਹ ਇੱਕ ਦਿਨ ਨਸ਼ਾ ਵੇਚੂਗਾ ਵੀ। ਅੱਜ ਕੱਲ੍ਹ ਕੁੜੀਆਂ ਨਸ਼ੇ ਵੇਚ ਰਹੀਆਂ ਨੇ। ਕਿਉਂ ਵੇਚ ਰਹੀਆਂ ਨੇ? ਕਿਉਂਕਿ ਘਰੋਂ ਪੈਸੇ ਨਹੀਂ ਮਿਲਦੇ। ਮੁੰਡੇ ਲੁੱਟਾਂ ਖੋਹਾਂ ਕਰ ਰਹੇ ਨੇ। ਕਿਉਂ ਕਰਦੇ ਨੇ? ਕਿਉਂਕਿ ਘਰੋਂ ਪੈਸੇ ਨਹੀਂ ਮਿਲਦੇ। ਤੇ ਪੈਸਾ ਤੁਹਾਨੂੰ ਕਾਹਦੇ ਲਈ ਚਾਹੀਦਾ? ਇਹਨਾਂ ਚੀਜ਼ਾਂ ਲਈ ਉਹ ਚਾਹੀਦਾ। ਤੇ ਫਿਰ ਇਹੋ ਜਿਹੀ ਚੀਜ਼ ਕਰਨ ਦਾ ਫਾਇਦਾ ਕੀ ਹੈ ਜਿਹਦੀ ਤੁਸੀਂ ਇਸ ਹੱਦ ਤੱਕ ਗੁਲਾਮੀ ਕਰਨ ਲੱਗ ਜਾਓ। ਦੂਸਰੀ ਗੱਲ ਭੈਣੇ ਇਹ ਵੀ ਹੈ ਕਿ ਅੱਜ ਕੱਲ੍ਹ ਉਹ ਵੀ ਹੈ ਨਾ ਵੀ ਆਪਾਂ ਹਮੇਸ਼ਾ ਇਹ ਗੱਲ ਕਰ ਦਿੰਦੇ ਹਾਂ, ਆਪਾਂ ਹਮੇਸ਼ਾ ਦੂਜੇ ਸੰਦਰਭ 'ਚ ਗੱਲ ਕੀਤੀ ਹੈ ਕਿ ਲੋਕੀ ਸਟੇਟਸ ਦੇ ਚੱਕਰ 'ਚ ਨਿਆਣਿਆਂ ਨੂੰ ਵੱਡੇ ਸਕੂਲਾਂ, ਵੱਡੀਆਂ ਯੂਨੀਵਰਸਿਟੀਆਂ 'ਚ ਪਾਉਣਾ ਚਾਹੁੰਦੇ ਨੇ। ਪਰ ਮੈਂ ਕਹਿੰਦੀ ਹਾਂ ਕਿ ਇੱਥੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਸਿਰਫ ਇਹੀ ਨਾ ਲੋਕਾਂ ਨੂੰ, ਮਤਲਬ ਸੋਸ਼ਲ ਇੰਪ੍ਰੈਸ਼ਨ ਦੇ ਲਈ ਨਾ ਤੁਸੀਂ ਨਿਆਣਿਆਂ ਨੂੰ ਵੱਡੇ ਸਕੂਲਾਂ, ਵੱਡੀਆਂ ਯੂਨੀਵਰਸਿਟੀਆਂ 'ਚ ਭੇਜੋ ਕਿ ਸਾਡਾ ਨਿਆਣਾ ਤਾਂ ਫਲਾਣੇ ਸਕੂਲ 'ਚ ਪੜ੍ਹਦਾ ਆ, ਸਾਡਾ ਨਿਆਣਾ ਤਾਂ ਫਲਾਣੀ ਯੂਨੀਵਰਸਿਟੀ 'ਚ ਪੜ੍ਹਦਾ ਆ।
ਘੱਟੋ ਘੱਟ ਸਾਨੂੰ ਉਸ ਜਗ੍ਹਾ ਦਾ ਮਾਹੌਲ ਦੇਖਣਾ ਚਾਹੀਦਾ ਕਿ ਉੱਥੇ ਕਿਹੋ ਜਿਹਾ ਕਰਾਊਡ ਆ। ਜਿਵੇਂ ਹੁਣ ਜਿਹੜੀ ਯੂਨੀਵਰਸਿਟੀ ਦੀ ਗੱਲ ਕੀਤੀ, ਮੈਨੂੰ ਤਾਂ ਨਹੀਂ ਲੱਗਦਾ ਕਿ ਤੁਸੀਂ ਸਭ ਕੁਝ ਦੇਖਦੇ ਹੋਏ ਵੀ ਨਿਆਣਾ ਆਪਣਾ ਉੱਥੇ ਪਾਓਗੇ, ਹਾਲਾਂਕਿ ਉਹ ਰਿਪਿਊਟਡ ਯੂਨੀਵਰਸਿਟੀਆਂ ਦੇ ਵਿੱਚ ਆਉਂਦੀ ਆ। ਮੈਂ ਕਿੰਨੀ ਵਾਰੀ ਸਗੋਂ ਘਰੇ ਅਸੀਂ ਇਹ ਗੱਲ ਕਰਦੇ ਹਾਂ ਕਿ 7 ਵਜੇ ਤੋਂ ਬਾਅਦ ਅਸੀਂ ਆਪਣੇ ਨਿਆਣਿਆਂ ਨੂੰ ਉਸ ਰੋਡ ਤੋਂ ਲੈ ਕੇ ਕਦੇ ਨਹੀਂ ਲੰਘਣਾ, ਕਿਉਂਕਿ ਮਾਹੌਲ ਇਹੋ ਜਿਹਾ ਹੁੰਦਾ। ਗੁਰਦੀਪ, ਮੈਂ ਕਈ ਵਾਰੀ ਉੱਥੇ ਜਾ ਕੇ 5-6 ਵਜੇ ਉਤਰਦੀ ਹਾਂ ਹਨਾ, ਤੇ ਉੱਥੇ ਮੈਂ ਦੇਖਦੀ ਹੁੰਦੀ ਵੀ ਕਈ ਵਾਰੀ ਤੁਸੀਂ ਕੁੜੀਆਂ ਤੇ ਮੁੰਡਿਆਂ ਨੂੰ ਇਸ ਢੰਗ ਨਾਲ ਬੈਠੇ ਦੇਖਦੇ ਹੋ ਵੀ ਤੁਹਾਨੂੰ ਲੱਗਦਾ ਹੁੰਦਾ ਵੀ ਨੀਵੀਂ ਪਾ ਕੇ ਲੰਘ ਜਾ ਇੱਥੋਂ ਹਨਾ, ਮਤਲਬ ਤੁਸੀਂ ਉਹ ਤੁਹਾਡੀ ਟੋਲਰੈਂਸ 'ਚ ਨਹੀਂ ਹੁੰਦਾ ਵੀ ਤੁਸੀਂ ਦੇਖ ਸਕੋ। ਤੇ ਜਦੋਂ ਉਹੀ ਬੱਚੇ ਨਸ਼ਾ ਕਰਕੇ ਤੁਰਦੇ ਹੋਣਗੇ ਤਾਂ ਤੁਸੀਂ ਕਦੀ ਚਾਹੋਗੇ ਕਿ ਵੀ ਮੇਰੇ ਨਿਆਣੇ ਇਸ ਸੜਕ ਤੋਂ ਲੰਘਣ? ਮੈਂ ਕਹਿੰਦੀ ਸਾਨੂੰ ਬਹੁਤ ਹੀ ਕੌਨਸ਼ੀਅਸ ਹੋ ਕੇ ਡਿਸੀਜਨ ਲੈਣੇ ਚਾਹੀਦੇ ਨੇ ਕਿ ਅਸੀਂ ਫਲਾਣੀ ਯੂਨੀਵਰਸਿਟੀ, ਫਲਾਣੇ ਸਕੂਲ, ਫਲਾਣੇ ਕਾਲਜ 'ਚ ਅਸੀਂ ਆਪਣਾ ਬੱਚਾ ਇਸ ਕਰਕੇ ਨਹੀਂ ਭੇਜਣਾ ਕਿਉਂਕਿ ਇੱਥੇ ਦਾ ਕਰਾਊਡ ਨਹੀਂ ਚੰਗਾ ਹੈ ਨਾ। ਤਾਂ ਹੀ ਤਾਂ ਉਹਨਾਂ ਨੂੰ ਸਕੂਲ ਕਾਲਜਾਂ ਵਾਲਿਆਂ ਨੂੰ ਫਰਕ ਪੈਣਾ ਸ਼ੁਰੂ ਹੋਊਗਾ ਵੀ ਇਸ ਰੀਜ਼ਨ ਕਰਕੇ ਸਾਡੇ ਬੱਚੇ ਟੁੱਟ ਰਹੇ ਨੇ, ਜਾਂ ਇਸ ਰੀਜ਼ਨ ਕਰਕੇ ਸਾਡੇ ਨਵੇਂ ਦਾਖਲੇ ਨਹੀਂ ਹੋ ਰਹੇ ਹੈਗੇ। ਇਹੀ ਨਾ ਦੇਖੀ ਜਾਓ ਕਿ ਟੌਪ ਦੀ ਯੂਨੀਵਰਸਿਟੀ, ਟੌਪ ਦੇ ਸਕੂਲ 'ਚ ਅਸੀਂ ਆਪਣਾ ਨਿਆਣਾ ਭੇਜਣਾ, ਚਾਹੇ ਉਹ ਪਿੰਡ ਦਾ ਕੋਈ ਸੱਚੀ ਲੋਕਲ ਸਕੂਲ ਹੋਵੇ, ਪਰ ਜੇ ਉੱਥੇ ਚੰਗਾ ਕਰਾਊਡ ਆ ਨਾ, ਵੀ ਨਿਆਣੇ ਚੰਗੀਆਂ ਆਦਤਾਂ ਵਾਲੇ ਨੇਗੇ, ਮੈਂ ਕਹਿੰਦੀ ਹਾਂ ਕਿ ਉਹ ਸ਼ੇਖੀ ਮਾਰਨ ਨਾਲੋਂ ਕਿ ਫਲਾਣੇ ਬੋਰਡ 'ਚ ਸਾਡਾ ਨਿਆਣਾ ਪੜ੍ਹਦਾ, ਫਲਾਣੇ ਸਕੂਲ 'ਚ ਪੜ੍ਹਦਾ ਆ, ਤਾਂ ਉਹ ਲੋਕਲ ਸਕੂਲ 'ਚ ਤੁਸੀਂ ਆਪਣਾ ਨਿਆਣਾ ਲਾ ਦਿਓ ਜਿੱਥੇ ਤੁਹਾਨੂੰ ਲੱਗਦਾ ਕਿ ਇੱਥੇ ਹਲੇ ਉਹ ਚੀਜ਼ਾਂ ਹੈ ਨਹੀਂ ਗੀਆਂ। ਘੱਟੋ ਘੱਟ ਜਿਹੜੀ ਫਾਊਂਡੇਸ਼ਨ ਆ ਤੁਹਾਡੇ ਨਿਆਣੇ ਦੀ ਉਹ ਤਾਂ ਸਟਰੋਂਗ ਹੋਊਗੀ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਇੱਕ ਉਮਰ ਦੇ ਵਿੱਚ, ਇੱਕ ਉਮਰ 'ਚ ਕਿ ਸਾਰੀ ਉਮਰ 'ਚ ਹੀ ਆਪਣੇ ਲਈ ਆਪਣੇ ਮਾਂ-ਬਾਪ ਆਈਡੀਅਲ ਰਹਿੰਦੇ ਨੇ ਹੈ ਨਾ। ਆਪਾਂ ਹੁਣ ਵੀ ਜਦੋਂ ਕੋਈ ਆਪਣੀ ਲਾਈਫ 'ਚ ਕੋਈ ਸਿਚੁਏਸ਼ਨ ਬਣਦੀ ਆ, ਸਰਕਮਸਟੈਂਸਿਸ ਬਣਦੇ, ਆਪਾਂ ਹਮੇਸ਼ਾ ਇਹ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮੇਰੇ ਮਾਂ-ਬਾਪ ਇੱਥੇ ਕਿਵੇਂ ਰਿਐਕਟ ਕਰਦੇ ਹੈ ਨਾ। ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਜਦੋਂ ਬੱਚਿਆਂ ਦੇ ਸਾਹਮਣੇ ਮਾਂ-ਬਾਪ ਨਸ਼ਾ ਕਰ ਰਹੇ ਨੇਗੇ, ਇੱਕ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਇਹ ਸਾਨੂੰ ਰੋਕ ਨਹੀਂ ਸਕਦੇ, ਆਪ ਪਕਾਣੇ ਨੇਗੇ ਹੈ ਨਾ। ਤੇ ਦੂਸਰੀ ਗੱਲ, ਜਿਹੜੀ ਗੱਲ ਤੁਹਾਨੂੰ ਨਾਰਮਲ ਲੱਗ ਰਹੀ ਹੈ ਤਾਂ ਤੁਹਾਡੇ ਨਿਆਣੇ ਨੂੰ ਵੀ ਨਾਰਮਲ ਹੀ ਲੱਗੂਗੀ। ਉਹ ਤਾਂ ਪਹਿਲਾਂ ਹੀ ਸਿੱਖ ਗਿਆ ਕਿ ਇਹ ਜ਼ਿੰਦਗੀ 'ਚ ਕਰਨਾ ਕੋਈ ਐਡੀ ਵੱਡੀ ਗੱਲ ਨਹੀਂ, ਏਡੀ ਵੱਡੀ ਗੱਲ ਨਹੀਂ ਹੈਗੀ। ਤਾਂ ਮੈਂ ਕਹਿੰਦੀ ਹਾਂ ਕਿ ਹਾਂ, ਆਪਾਂ ਹਰ ਜਗ੍ਹਾ ਨਿਆਣੇ ਦੀ ਰਾਖੀ ਵੀ ਨਹੀਂ ਰੱਖ ਸਕਦੇ, ਹਰ ਗੱਲ ਤੁਹਾਡੀ ਬੋਲੀ ਹੋਈ ਵੀ ਉਹਨਾਂ ਦੇ ਸਮਝ ਨਹੀਂ ਆ ਸਕਦੀ, ਪਰ ਘੱਟੋ ਘੱਟ ਘਰੇ ਮਾਹੌਲ ਤਾਂ ਤੁਸੀਂ ਇਦਾਂ ਦਾ ਸਿਰਜ ਸਕਦੇ ਹੋ ਕਿ ਜਿਹਨੂੰ ਨਿਆਣੇ ਨੂੰ ਲੱਗੇ ਕਿ ਮਤਲਬ ਉਸ ਮਾਹੌਲ ਦਾ ਨਿਆਣੇ ਤੇ ਅਸਰ ਪਵੇ ਤੇ ਨਿਆਣੇ ਨੂੰ ਲੱਗੇ ਵੀ ਮੇਰੇ ਘਰ ਦਾ ਮਾਹੌਲ ਇਹਦੋਂ ਆਪੋਜ਼ਿਟ ਆ। ਬਾਹਰ ਜਦੋਂ ਜਾ ਕੇ ਉਹ ਚੀਜ਼ਾਂ ਦੇਖੇ ਤਾਂ ਉਹਨੂੰ ਚੀਜ਼ਾਂ ਅਬਨੋਰਮਲ ਲੱਗਣੀਆਂ ਚਾਹੀਦੀਆਂ ਨੇ, ਤਾਂ ਕਿ ਉਸ ਚੀਜ਼ਾਂ ਬਾਰੇ ਆ ਕੇ ਘਰੇ ਵੀ ਗੱਲ ਕਰੇ ਵੀ ਉੱਥੇ ਇਦਾਂ ਦਾ ਮਾਹੌਲ ਆ ਹੈ ਨਾ। ਇਹਨਾਂ ਨਾਲ ਲੱਗੇ ਨਿਆਣੇ ਨੂੰ ਵੀ ਘਰੇ ਵੀ ਇਦਾਂ ਦਾ ਹੀ ਆ ਤੇ ਬਾਹਰ ਵੀ ਇਦਾਂ ਦਾ ਹੀ ਆ, ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈਗੀ ਘਰੇ ਜਾ ਕੇ ਦੱਸਣ ਵਾਲੀ ਹੈ ਨਾ। ਤੇ ਉਹ ਆਪ ਵੀ ਉਹਨਾਂ ਚੀਜ਼ਾਂ ਦੇ ਵਿੱਚ ਹੀ ਇਨਵੋਲਵ ਹੋ ਜਾਵੇ। ਸਹੀ ਗੱਲ। ਸੋ ਮੈਂ ਕਹਿੰਦੀ ਇਹ ਤਾਂ ਇਹ ਜਿਵੇਂ ਆਪਣਾ ਪਿਛਲੇ ਐਪੀਸੋਡ ਤੇ ਕਿਸੇ ਨੇ ਲਿਖਿਆ ਸੀਗਾ ਕਿ ਨੈਵਰ ਐਂਡਿੰਗ ਡਿਸਕਸ਼ਨ ਆ, ਤਾਂ ਇਹ ਵੀ ਨੈਵਰ ਐਂਡਿੰਗ ਡਿਸਕਸ਼ਨ ਆ। ਕੋਈ ਤੁਹਾਨੂੰ ਤੁਹਾਡੀ ਜ਼ਿੰਦਗੀ ਦੀ ਕੀਮਤ ਦੱਸੇ ਤਾਂ ਮੈਨੂੰ ਲੱਗਦਾ ਕਿ ਉਸ ਤੋਂ ਪਹਿਲਾਂ ਹਰ ਬੱਚੇ ਨੂੰ ਆਪਣੀ ਜ਼ਿੰਦਗੀ ਦੀ ਕੀਮਤ ਆਪ ਪਤਾ ਹੋਣੀ ਚਾਹੀਦੀ ਆ। ਮੈਂ ਕਹਿੰਦੀ ਆ ਕਿ ਤੁਸੀਂ ਇੱਕ ਐਗਜ਼ਾਮਪਲ ਦੇ ਦਿਓ ਕਿ ਫਲਾਣਾ ਬੰਦਾ ਨਸ਼ਾ ਕਰਦਾ ਸੀਗਾ ਤੇ ਉਹਨੂੰ ਸਾਰੇ ਵਧੀਆ ਬੁਲਾ ਰਹੇ ਨੇਗੇ, ਪਹਿਲੀ ਗੱਲ ਤੁਹਾਡੇ ਤੋਂ ਸਾਰੇ ਦੂਰੀ ਰੱਖਣ ਲੱਗ ਜਾਣਗੇ। ਤੁਹਾਡੇ ਆਪਦੇ ਮਾਂ-ਬਾਪ ਤੋਂ ਬਿਨਾਂ ਕੋਈ ਤੁਹਾਨੂੰ ਬੁਲਾਉਣਾ ਵੀ ਪਸੰਦ ਨਹੀਂ ਕਰਦਾ। ਈਵਨ ਤੁਹਾਡੇ ਸਕੇ ਭੈਣ ਭਰਾ ਵੀ ਕਈ ਵਾਰ ਤੁਹਾਡੇ ਤੋਂ ਦੂਰ ਹੋ ਜਾਂਦੇ ਨੇਗੇ। ਦੂਸਰੀ ਗੱਲ, ਕੋਈ ਵੀ ਬੰਦਾ ਆਪਣੇ ਕਿਸੇ ਛੋਟੇ ਨਿਆਣੇ ਨੂੰ ਤੁਹਾਡੇ ਕੋਲੇ ਛੱਡ ਕੇ ਨਹੀਂ ਰਾਜ਼ੀ ਹੈਗਾ ਹੈ ਨਾ। ਤੀਸਰੀ ਗੱਲ ਆ ਕਿ ਜਦੋਂ ਕਿਸੇ ਦਾ ਨਿਆਣਾ ਜਵਾਨ ਹੋ ਰਿਹਾ, ਤੁਹਾਡੀ ਉਮਰ ਦਾ ਵਾ, ਤਾਂ ਉਹ ਤੁਹਾਡੇ ਨਾਲ ਆਪਣੇ ਬੱਚੇ ਨੂੰ ਹਮੇਸ਼ਾ ਉੱਠਣ ਬੈਠਣ ਤੋਂ ਟੋਕਦਾ ਆ। ਬਿਲਕੁਲ ਹੈ ਨਾ। ਤੇ ਇਹ ਨਹੀਂ ਹੈਗਾ ਕਿ ਨਸ਼ਾ ਕਰਕੇ ਨਿਆਣੇ, ਜਾਂ ਤੁਸੀਂ ਆਪਣੀ ਜ਼ਿੰਦਗੀ ਬਣਾ ਰਹੇ ਹੋ ਜਾਂ ਤੁਸੀਂ ਕੋਈ ਚੰਗੀ ਉਦਾਹਰਣ ਪੇਸ਼ ਕਰ ਰਹੇ ਹੋ, ਤਾਂ ਉਹ ਤੁਸੀਂ ਆਪਣੇ ਆਪ ਨੂੰ ਕਿੱਦਾਂ ਦੀ ਉਦਾਹਰਣ ਪੇਸ਼ ਕਰਦੇ ਹੋ ਵੀ ਜਿਹਨੂੰ ਦਿਖਾ ਕੇ ਹਰ ਕੋਈ ਇਹ ਕਹਿ ਸਕਦਾ ਵੀ ਇਹਦੇ ਵਰਗਾ ਨਹੀਂ ਬਣਨਾ ਹੈ ਨਾ। ਸੋ ਆਪਣੇ ਆਪ ਨੂੰ ਉੱਦਾਂ ਦਾ ਪੇਸ਼ ਕਰੋ, ਉੱਦਾਂ ਦੀ ਇੱਕ ਉਦਾਹਰਣ ਬਣੋ ਵੀ ਜਿਹਦੇ ਵੱਲ ਉਂਗਲ ਕਰਕੇ ਹਰ ਮਾਂ-ਬਾਪ ਆਪਣੇ ਨਿਆਣੇ ਨੂੰ ਕਹੋ ਵੀ ਤੁਸੀਂ ਇਹਦੇ ਵਰਗਾ ਬਣਨਾ ਹੈ ਨਾ, ਨਾ ਕਿ ਵੀ ਇਹਦੇ ਵਰਗਾ ਤੁਸੀਂ ਨਹੀਂ ਬਣਨਾ। ਬਿਲਕੁਲ। ਦੇਖੋ ਆਪਾਂ ਨਾ ਛੋਟੇ ਨਿਆਣੇ ਹੁੰਦੇ ਨੇ ਜਦੋਂ ਆਪਣੇ 5 ਤੋਂ 10 ਸਾਲ ਤੱਕ ਜਾਂ ਉਸ ਤੋਂ ਵੀ ਪਹਿਲਾਂ ਹੈ ਨਾ, ਆਪਾਂ ਕਿੰਨਾ ਡਿਸਕਸ ਕਰਦੇ ਹਾਂ ਬੈਠ ਕੇ ਕਈ ਵਾਰੀ ਵੀ ਇਹਨੂੰ ਖੁਰਾਕ ਕਿਵੇਂ ਦੀ ਦਈਏ ਹੈ ਨਾ। ਆਪਾਂ ਜਿਵੇਂ ਉਦੋਂ ਜੱਸਾ ਪੱਟੀ ਹੁਣੀ ਆਏ ਸੀ, ਆਪਾਂ ਉਹਨਾਂ ਨੂੰ ਕਿੰਨੇ ਸਵਾਲ ਸਿਰਫ ਖੁਰਾਕ ਤੇ ਪੁੱਛੇ ਵੀ ਨਿਆਣੇ ਨੂੰ ਚੰਗੀ ਖੁਰਾਕ ਕਿਵੇਂ ਦੀ ਹੋਵੇ ਹੈ ਨਾ। ਤੇ ਜਿਹੜੇ ਮਾਪਿਓ ਇੰਨੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਰੱਖਦੇ ਨੇ, ਜਦੋਂ ਕਈ ਵਾਰੀ ਨਿਆਣਾ 16-17 ਸਾਲ ਦਾ ਹੋ ਗਿਆ ਜਾਂ 20 ਸਾਲ ਦਾ, ਜਦੋਂ ਸਾਨੂੰ ਪਤਾ ਲੱਗਣ ਲੱਗ ਜਾਂਦਾ ਵੀ ਇਹ ਕੁਛ ਇਹੋ ਜਿਹੀ ਆਦਤ ਇਹਨੇ ਸ਼ੁਰੂ ਕਰ ਲਈ ਹੈ ਨਾ, ਇਹਨੇ ਪੈਗ ਲਾ ਲਿਆ, ਅਸੀਂ ਕਹਿੰਦੇ ਹਾਂ ਰੋਕੋ ਨਾ, ਗੁੱਸੇ 'ਚ ਪਤਾ ਨਹੀਂ ਨਿਆਣਾ ਕੀ ਕਰ ਲੂਗਾ। ਮੈਨੂੰ ਲੱਗਦਾ ਕਿ ਨਿਆਣੇ ਨੂੰ ਮਤਲਬ ਪਤਾ ਹੋਣਾ ਚਾਹੀਦਾ ਵੀ ਜੇ ਮੈਨੂੰ ਟੋਕਿਆ ਗਿਆ ਤਾਂ ਇਸ ਚੀਜ਼ ਦਾ ਕੋਈ ਮਤਲਬ ਬਣਦਾ ਹੈ ਨਾ। ਹਾਂ, ਗੁੱਸੇ 'ਚ ਕਰ ਲੂਗਾ, ਜੇ ਤੁਸੀਂ ਇਸੇ ਡਰ 'ਚ ਉਹਨੂੰ ਦਲਦਲ 'ਚ ਹੀ ਧੱਕਣਾ, ਫਿਰ ਤਾਂ ਉਹਨੇ ਵੈਸੇ ਵੀ ਮਰਨਾ ਹੀ ਹੈ ਇੱਕ ਦਿਨ ਹੈ ਨਾ।
ਆਪ ਕਈ ਵਾਰੀ ਗੁਰਦੀਪ ਆਪਾਂ ਸੁਣਦੇ ਆ ਕਿ 40-40 ਸਾਲ ਦੇ ਹੋ ਕੇ ਬੰਦਾ ਨਸ਼ਾ ਕਰਨ ਲੱਗ ਜਾਂਦਾ ਹੈ ਨਾ, ਜਿਨ੍ਹਾਂ ਨੂੰ ਕੋਈ ਸਟ੍ਰੈਸ ਨਹੀਂ ਹੁੰਦਾ, ਨਾ ਉਹਨਾਂ ਨੂੰ ਕੋਈ ਇਕਨੋਮਿਕ ਇਸ਼ੂ ਹੁੰਦੇ ਨੇ, ਉਹ ਸਿਰਫ ਸ਼ੌਂਕ ਹੀ ਆਈ ਹੈ ਨਾ। ਸਾਡੇ ਗੁਆਂਢ 'ਚ ਇੱਕ ਡਾਕਟਰ ਨੇ, ਇੱਕ ਦਿਨ ਮੈਂ ਉਹਨਾਂ ਨੂੰ ਮਿਲਣ ਗਈ ਤੇ ਉਹ ਮੇਰੇ ਨਾਲ ਵੈਸੇ ਗੱਲਾਂ ਕਰਦੇ ਹੁੰਦੇ ਆ ਕਾਫੀ, ਤੇ ਉਹ ਮੈਨੂੰ ਕਹਿੰਦੇ ਕਿ 15 ਸਾਲ ਮੈਂ ਮਤਲਬ ਨਸ਼ੇ ਛਡਾਉਣ ਦਾ ਹੀ ਕੰਮ ਕੀਤਾ ਜਿੱਥੇ ਉਹਨਾਂ ਦੀ ਜਿੱਥੇ ਅਪਾਇੰਟਡ ਸੀਗੇ। ਤੇ ਕਹਿੰਦੇ ਵੀ, ਮੈਂ ਕਿਹਾ ਫਿਰ ਨਸ਼ਾ ਕਿਵੇਂ ਛੱਡ ਸਕਦੇ ਨੇ ਲੋਕ? ਉਹ ਕਹਿੰਦੇ ਕਦੀ ਨਹੀਂ ਛੱਡਦੇ। ਮੈਂ ਕਿਹਾ ਕਿਉਂ? ਕਹਿੰਦੇ ਤਾਂ ਨਹੀਂ ਛੱਡਦੇ ਵੀ ਜਦੋਂ ਨਸ਼ਾ ਛੱਡ ਕੇ ਉਹ ਦੁਬਾਰਾ ਉਹਨਾਂ ਲੋਕਾਂ 'ਚ ਹੀ ਜਾ ਕੇ ਬੈਠਦੇ ਨੇ ਜਿਨ੍ਹਾਂ ਨਾਲ ਉਹਨਾਂ ਨੇ ਪਹਿਲਾਂ ਨਸ਼ਾ ਕੀਤਾ ਹੁੰਦਾ, ਜਾਂ ਜਾ ਕੇ ਉਹਨਾਂ 'ਚ ਹੀ ਉਹ ਰੈਗੂਲਰ ਸ਼ਰਾਬ ਪੀਂਦੇ ਨੇ। ਕਹਿੰਦੇ ਜੇ ਉਹ 3 ਬੰਦੇ ਨੇ ਨਾ, ਉਹਨਾਂ ਨੂੰ ਚੌਥੀ ਖਾਲੀ ਸੀਟ ਬਹੁਤ ਰੜਕਦੀ ਆ। ਕਹਿੰਦੇ ਫਿਰ ਬੰਦਾ ਜਿੰਨਾ ਮਰਜ਼ੀ ਮਨ ਬਣਾ ਲਵੇ, ਉਹ ਤੁਹਾਨੂੰ ਦੁਬਾਰਾ ਉਸ ਲੀਹ ਤੇ ਲੈ ਆਉਂਦੇ ਆ ਵੀ ਨਹੀਂ ਆ ਜਾ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਥੋੜੀ ਪੀ ਲਿਆ ਕਰੀ, ਉਨੀ ਨਾ ਪੀਆ ਕਰੀ, ਥੋੜਾ ਖਾ ਲਿਆ ਕਰੀ। ਕਹਿੰਦੇ ਪਰ ਇਹ ਚੀਜ਼ ਮੰਨ ਕੇ ਚੱਲੋ ਵੀ ਜਿਹੜੀ ਚੀਜ਼ ਦਾ ਚਾਹੇ ਤੁਹਾਨੂੰ ਤਿਣਕਾ ਵੀ ਸਵਾਦ ਪੈ ਗਿਆ, ਤੁਸੀਂ ਉਹਨੂੰ ਜ਼ਿੰਦਗੀ 'ਚ ਛੱਡ ਨਹੀਂ ਸਕਦੇ, ਖਾਸ ਕਰਕੇ ਨਸ਼ਾ। ਕਹਿੰਦੇ ਮੈਂ ਤੁਹਾਨੂੰ ਇਹ ਕਹਿੰਦਾ ਨਾ, ਹਫ਼ਤੇ ਲਈ ਜਾ ਕੇ ਖੰਡ ਛੱਡ ਦਿਓ, ਕਹਿੰਦੇ ਤੁਸੀਂ ਉਹ ਵੀ ਨਹੀਂ ਛੱਡ ਸਕਦੇ, ਕਿਉਂਕਿ ਤੁਹਾਨੂੰ ਬਚਪਨ ਤੋਂ ਇਸ ਚੀਜ਼ ਦੀ ਆਦਤ ਪੈ ਗਈ ਹੈ ਨਾ। ਹੁਣ ਜਿੱਥੇ 15-16 ਸਾਲ ਦੇ ਨਿਆਣੇ ਨੂੰ ਆਦਤ ਪੈ ਗਈ, ਉਹ ਕਿੱਥੋਂ ਜਾ ਕੇ ਛੱਡ ਸਕੂਗਾ? ਜਿੱਥੇ ਸੋਝੀ ਵਾਲੇ ਬੰਦੇ ਨੂੰ, ਜਿਹਨੂੰ ਇਹ ਪਤਾ ਕਿ ਸ਼ਰਾਬ ਦੀ ਬੋਤਲ ਤੇ ਵੀ ਲਿਖਿਆ ਹੁੰਦਾ ਸਿਹਤ ਲਈ ਹਾਨੀਕਾਰਕ ਆ ਨਾ, ਹਰ ਜਗ੍ਹਾ ਤੇ ਲਿਖਿਆ 18 ਸਾਲ ਤੋਂ ਛੋਟੇ ਬੱਚੇ ਨੂੰ ਇਹ ਚੀਜ਼ ਨਾ ਦਿਓ, ਬੰਦਾ ਪੜ੍ਹ ਕੇ ਵੀ ਉਹਨੂੰ ਪੀ ਰਿਹਾ, ਉਹ ਕਿੱਥੋਂ ਛੱਡ ਦੂਗਾ ਹੈ ਨਾ। ਫਿਰ ਉਹਨੂੰ ਪੂਰਾ ਕਰਨ ਲਈ ਤੁਸੀਂ ਕੁਛ ਵੀ ਕਰਦੇ ਹੋ। ਅੱਜ ਕੱਲ੍ਹ ਆਪਾਂ ਕਹਿੰਦੇ ਹੁੰਦੇ ਕਿ ਇਹਨਾਂ ਕੋਲੇ ਸਭ ਕੁਛ ਆ, ਜਾਇਦਾਦ ਵੀ ਹੈਗੀ ਆ, ਬੱਚੇ ਵੀ ਹੈਗੇ ਨੇ, ਨੌਕਰੀਆਂ ਵੀ ਹੈਗੀਆਂ ਨੇ, ਫਿਰ ਵੀ ਘਰਾਂ 'ਚ ਲੜਾਈ ਆ, ਉਹ ਕਾਹਦੀ ਹੁੰਦੀ ਆ? ਨਸ਼ਿਆਂ ਦੀ ਹੁੰਦੀ ਆ ਵੀ ਅਸੀਂ ਉਹ ਨਹੀਂ ਛੱਡਣੇ। ਸਾਡੇ ਇੱਕ ਦੂਰ ਦੇ ਰਿਸ਼ਤੇਦਾਰ ਨੇ ਜਿਨ੍ਹਾਂ ਦਾ ਮੁੰਡਾ, ਉਹ ਇੰਗਲੈਂਡ ਤੋਂ ਆਏ, ਉਹਨਾਂ ਨੇ ਮੁੰਡਾ ਇੱਥੇ ਵਿਆਹਿਆ ਤੇ 2 ਮਹੀਨੇ ਬਾਅਦ ਉਹਨਾਂ ਦਾ ਡਾਈਵੋਰਸ ਦਾ ਕੇਸ ਚੱਲਿਆ। ਅਸੀਂ ਉਹਨਾਂ ਨੂੰ ਕਾਰਨ ਪੁੱਛਿਆ, ਕਹਿੰਦੇ ਜੀ ਕੁੜੀ ਨਸ਼ਾ ਕਰਦੀ ਆ। ਤੇ ਮੈਨੂੰ ਲੱਗਦਾ ਕਿ ਇਹ ਉਹ ਕਾਰਨ ਨੇ ਜਿਹੜੇ ਅਸੀਂ ਜ਼ਿੰਦਗੀ 'ਚ ਕਦੀ ਉਮੀਦ ਨਹੀਂ ਕਰ ਸਕਦੇ। ਅਸੀਂ ਉਮੀਦ ਕਰਦੇ ਹੁੰਦੇ ਸੀ ਵੀ ਅਗਲਾ ਕਹੂਗਾ ਮੁੰਡਾ ਨਸ਼ਾ ਕਰਦਾ ਹੈ ਨਾ, ਤੇ ਹੁਣ ਅਸੀਂ ਇਹ ਵੀ ਉਮੀਦਾਂ ਕਰਨ ਲੱਗ ਗਏ। ਆਹ 4-5 ਦਿਨ ਪਹਿਲਾਂ ਹੀ ਇੱਕ ਵੀਡੀਓ ਮੈਂ ਕਿਸੇ ਦੀ ਦੇਖੀ, ਕਹਿੰਦੇ ਵੀ ਸਾਡੀ ਨੂੰਹ ਅਫੀਮ ਖਾਂਦੀ ਆ, ਤਾਂ ਕਰਕੇ ਸਾਡਾ ਡਿਵੋਰਸ ਦਾ ਕੇਸ ਚੱਲ ਰਿਹਾ ਹੈ ਨਾ। ਤੇ ਇਹਦਾ ਮਤਲਬ ਉਹ ਬੱਚੇ ਕਿੱਥੋਂ ਸਿੱਖੇ ਨੇ? ਮਾਂ ਪਿਓ ਕਦੀ ਨਹੀਂ ਚਾਹਣਗੇ ਕਿ ਉਹ ਨਿਆਣੇ ਇਹੋ ਜਿਹਾ ਕੁਛ ਕਰਨ, ਉਹਨਾਂ ਨੇ ਤਾਂ ਵਰਜਿਆ ਹੀ ਹੋਊ। ਇਹਦਾ ਮਤਲਬ ਉਹ ਬਾਹਰ ਜਾ ਕੇ ਜਿੱਥੇ ਨਿਕਲੇ, ਜਿੱਥੇ ਉਹਨਾਂ ਨੂੰ ਇਹੋ ਜਿਹੀ ਸੰਗਤ ਮਿਲੀ ਹੈ ਨਾ। ਮੈਨੂੰ ਲੱਗਦਾ ਕਿ ਆਪਾਂ ਕਹਿੰਦੇ ਨਾ ਕਿ ਨਿਆਣਿਆਂ ਨਾਲ ਘੰਟਿਆਂ ਬੱਧੀ ਗੱਲਾਂ ਕਰੋ, ਸੱਚੀ ਨਿਆਣਿਆਂ ਨਾਲ ਘੰਟਿਆਂ ਬੱਧੀ ਗੱਲਾਂ ਕਰੋ। ਤੁਸੀਂ ਕਿਵੇਂ ਦੇ ਮਾਹੌਲ 'ਚ ਰਹਿੰਦੇ ਹੋ, ਜਾਂ ਤੁਹਾਡੇ ਘਰੇ ਵੀ ਜੇ ਇਹੋ ਜਿਹਾ ਮਾਹੌਲ ਆ, ਉਹਦੇ 'ਤੇ ਵੀ ਨਿਆਣੇ ਦਾ ਕਿਵੇਂ ਦਾ ਅਸਰ ਮਹਿਸੂਸ ਕਰਦਾ ਨਿਆਣਾ, ਉਹਦੇ 'ਤੇ ਵੀ ਮੈਨੂੰ ਲੱਗਦਾ ਤੁਹਾਨੂੰ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ। ਪਹਿਲਾਂ ਨਾਲੋਂ ਅੱਜ ਦੇ ਸਮੇਂ 'ਚ ਵੀ ਜ਼ਿਆਦਾ ਧਿਆਨ ਆਪਾਂ ਨੂੰ ਇਸ ਗੱਲ 'ਤੇ ਦੇਣਾ ਚਾਹੀਦਾ ਕਿ ਅਸੀਂ ਆਪਣੇ ਬੱਚੇ ਨੂੰ ਸਮਾਂ ਕਿੰਨਾ ਕੁ ਦੇ ਰਹੇ ਹਾਂ। ਥੋੜ੍ਹੇ ਦਿਨ ਪਹਿਲਾਂ ਇੱਕ ਭੈਣ ਮੇਰੇ ਕੋਲ ਬੈਠੇ ਸੀਗੇ, ਉਹ ਕਹਿੰਦੇ ਕਿ ਉਹ ਚਾਈਲਡ ਸਾਈਕੋਲੋਜਿਸਟ ਨੇ। ਉਹ ਕਹਿੰਦੇ ਮੇਰੇ ਕੋਲ ਇੱਕ ਕੇਸ ਆਇਆ, ਇੱਕ 6 ਸਾਲ ਦਾ ਬੱਚੇ ਨੇ FIR ਕੀਤੀ ਆਪਣੇ ਮਾਂ-ਬਾਪ 'ਤੇ ਵੀ ਮੇਰੇ ਤੋਂ ਅਲੱਗ ਰਹਿਣਾ ਚਾਹੁੰਦਾ ਹੈ। ਰੀਜ਼ਨ ਕੀ ਸੀਗਾ? ਬੱਚੇ ਨੂੰ ਪੈਸਾ ਦੇ ਰਹੇ ਸੀ, ਟਾਈਮ ਨਹੀਂ ਸੀ ਦੇ ਰਹੇ। ਉਹ ਕਹਿੰਦਾ ਕਿ ਮੈਨੂੰ ਚਾਹੀਦਾ ਹੀ ਨਹੀਂਗਾ, ਮੈਨੂੰ ਮਾਂ-ਬਾਪ ਚਾਹੀਦੇ ਨੇ, ਮੈਨੂੰ ਨੋਰਮਲ ਲਾਈਫ ਚਾਹੀਦੀ ਆ। ਤੇ ਉਹਦੇ ਮਾਂ-ਬਾਪ ਦੇ ਇਹ ਸੀਗਾ ਕਿ ਸਾਡੇ ਕੰਮ ਨੇ, ਸਾਡਾ ਬਿਜ਼ਨਸ ਆ, ਸਾਡੇ ਰੁਝੇਵੇਂ ਹੁੰਦੇ ਨੇ, ਇਹਦੇ ਕੋਲ ਸਾਰਾ ਕੁਝ ਹੁੰਦਾ, ਘਰੇ ਇੰਨਾ ਪੈਸਾ ਪਿਆ, ਇਹਦੇ ਕੋਲ ਕਾਰਡ ਹੁੰਦਾ, ਜੋ ਮਰਜ਼ੀ ਕਰੇ ਆਪਣੀ ਜ਼ਿੰਦਗੀ 'ਚ। ਤਾਂ ਕਹਿੰਦੇ ਭੈਣ ਕਹਿੰਦੇ ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਤੁਹਾਨੂੰ ਵਾਕਈ ਲੱਗਦਾ ਕਿ ਤੁਹਾਡੇ ਨਿਆਣੇ ਨੂੰ ਸਿਰਫ ਜ਼ਿੰਦਗੀ 'ਚ ਪੈਸੇ ਦੀ ਲੋੜ ਆ ਜਾਂ ਚੀਜ਼ਾਂ ਦੀ ਲੋੜ ਆ? ਉਹਨੂੰ ਇਸ ਟਾਈਮ ਤੁਹਾਡੀ ਲੋੜ ਆ। ਮੈਂ ਹੈਰਾਨ ਹੈ ਕਿ ਇੱਕ 6 ਸਾਲ ਦਾ ਬੱਚਾ FIR ਕਰ ਰਿਹਾ ਆਪਣੇ ਮਾਂ-ਬਾਪ 'ਤੇ ਕਿ ਮੈਂ ਆਪਣੇ ਮਾਂ-ਬਾਪ ਨਾਲੋਂ ਅੱਡ ਰਹਿਣਾ ਚਾਹੁੰਦਾ ਹਾਂ, ਹੈ ਨਾ। ਤਾਂ ਉਹਨਾਂ ਚੀਜ਼ਾਂ 'ਚ ਜੇ ਉਹ ਨਿਆਣੇ ਦਾ ਮਾਹੌਲ 2 ਸਾਲ ਵੀ ਭੈਣੇ ਹੋਰ ਇੱਦਾਂ ਦਾ ਰਹਿ ਗਿਆ, ਤਾਂ ਓਬਵੀਅਸਲੀ ਉਹ ਉੱਦਾਂ ਦੇ ਲੋਕਾਂ 'ਚ ਹੀ ਜਾਊਗਾ ਜਿਹੜੇ ਉਹਨੂੰ ਐਂਟਰਟੇਨ ਕਰਨਗੇ, ਹੈ ਨਾ। ਉੱਦਾਂ ਦੀ ਉਹ ਕੰਪਨੀ ਚੁਣੂਗਾ ਜਿੱਥੋਂ ਉਹਨੂੰ ਲੱਗਦਾ ਹੈ ਕਿ ਮੈਨੂੰ ਅਟੈਂਸ਼ਨ ਮਿਲ ਰਹੀ ਆ, ਮੈਨੂੰ ਇਹ ਲੋਕੀ ਮੈਨੂੰ ਪੈਂਪਰ ਕਰ ਰਹੇ ਨੇ, ਮੈਨੂੰ ਸਮਾਂ ਦੇ ਰਹੇ ਨੇਗੇ। ਤਾਂ ਉਹ ਲੋਕ ਕੋਈ ਵੀ ਹੋ ਸਕਦੇ ਨੇ, ਹੈ ਨਾ। ਦੂਸਰੀ ਗੱਲ, ਉੱਥੇ ਉਹ ਮਾਂ-ਬਾਪ ਵੀ ਨੇ ਜਿਹੜੇ ਆਪਣੀ ਜ਼ਿੰਦਗੀ ਲਾ ਕੇ ਨਿਆਣਿਆਂ ਦੀ ਜ਼ਿੰਦਗੀ ਬਣਾਉਂਦੇ ਨੇ, ਹੈ ਨਾ। ਆਪਾਂ ਹਮੇਸ਼ਾ ਕਈ ਵਾਰ ਭੁੱਲ ਜਾਂਦੇ ਹਾਂ ਕਿ ਮੇਰੇ ਮਾਂ-ਬਾਪ ਨੇ ਮੈਨੂੰ ਕਿਵੇਂ ਪੜ੍ਹਾਇਆ, ਮੇਰੇ ਮਾਂ-ਬਾਪ ਨੇ ਕਿਵੇਂ ਤੰਗੀਆਂ ਕੱਟ-ਕੱਟ ਕੇ ਮੈਨੂੰ ਇੱਥੋਂ ਤੱਕ ਪਹੁੰਚਾਇਆ, ਹੈ ਨਾ। ਕਈ ਵਾਰੀ ਆਪਾਂ ਕਹਿੰਦੇ ਕਿ ਮਾਂ-ਬਾਪ ਕੋਲੇ ਆਪਦੀ ਦਵਾਈ ਲੈਣ ਲਈ ਪੈਸੇ ਨਹੀਂ ਹੁੰਦੇ, ਪਰ ਉਹ ਨਿਆਣਿਆਂ ਦੀਆਂ ਕਿੰਨੀਆਂ-ਕਿੰਨੀਆਂ ਫੀਸਾਂ ਤੱਕ ਵੀ ਭਰਦੇ ਨੇ, ਹੈ ਨਾ। ਸੋ ਸਾਰੀਆਂ ਚੀਜ਼ਾਂ ਸਾਨੂੰ ਆਪਾਂ ਕਹਿੰਦੇ ਨੇ ਕਿ ਕਿਹੜੀ ਚੀਜ਼ ਬੰਦਾ ਧਿਆਨ 'ਚ ਰੱਖੇ, ਘੱਟੋ ਘੱਟ ਇੰਨੀ ਤਾਂ ਰੱਖ ਸਕਦੇ ਹੋ ਵੀ ਤੁਹਾਡੀਆਂ ਜੜ੍ਹਾਂ ਕੀ ਨੇ, ਤੁਹਾਨੂੰ ਕਿਸ ਤਰੀਕੇ ਨਾਲ ਵੱਡਾ ਕੀਤਾ ਗਿਆ। ਜਿਵੇਂ ਮਾਂ-ਬਾਪ ਆਪਾਂ ਕਹਿੰਦੇ ਕਿ ਆਪਾਂ ਨਿਆਣੇ ਦੀ ਨਿੱਕੀ ਚੀਜ਼ ਦਾ ਧਿਆਨ ਰੱਖਦੇ ਹਾਂ, ਹਾਏ ਇਹਨੂੰ ਕਿਤੋਂ ਪਿਓਰ ਮਿਲ ਜਾਵੇ ਖਾਣ ਲਈ, ਹਾਏ ਇਹਨੂੰ ਆਹ ਚੀਜ਼ ਦੇ ਦਈਏ, ਹੈ ਨਾ। ਹੁਣ ਜੇ ਉਹੀ ਵੱਡੇ ਹੋ ਕੇ ਨਿਆਣੇ ਉਹ ਚੀਜ਼ਾਂ ਖਾਣ ਪੀਣ ਲੱਗ ਜਾਣ ਜਿਹੜੀਆਂ ਕਿ ਉਹਨਾਂ ਦੀ ਜ਼ਿੰਦਗੀ ਨੂੰ ਖਾਤਮੇ ਵੱਲ ਲੈ ਕੇ ਜਾ ਰਹੀਆਂ ਨੇ, ਤਾਂ ਮਾਂ-ਬਾਪ ਨੂੰ ਕਿੰਨਾ ਕੁ ਚੰਗਾ ਲੱਗਦਾ ਹੋਊਗਾ, ਹੈ ਨਾ। ਕਿਸੇ ਮਾਂ-ਬਾਪ ਨੂੰ ਲੱਗਦਾ, ਮੈਨੂੰ ਲੱਗਦਾ ਇੱਥੇ ਮਾਂ-ਬਾਪ ਦੇ ਜਿਹੜੀਆਂ ਸੋਚਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਉਹ ਸੋਚਣੀਆਂ ਚਾਹੀਦੀਆਂ ਨੇ, ਪਰ ਉਸ ਤੋਂ ਪਹਿਲਾਂ
ਬੱਚਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਮਾਪੇ ਦਾ ਸਾਡੇ ਲਈ ਕੀ ਸੈਕਰੀਫਾਈਸ ਆ, ਹੈ ਨਾ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਆਪਾਂ ਕਹਿੰਦੇ ਵੀ ਯਾਰ ਇਹਨਾਂ ਕੋਲ ਤਾਂ ਵਾਧੂ ਪੈਸਾ, ਨਿਆਣਿਆਂ ਦੇ ਪੈਸਿਆਂ ਨਾਲ ਦਿਮਾਗ ਖਰਾਬ ਹੋਏ ਨੇ। ਕਈ ਵਾਰੀ ਆਪਣੇ ਵਰਗੇ ਪਰਿਵਾਰਾਂ ਦੇ ਨਿਆਣੇ ਜਿਨ੍ਹਾਂ ਦੀਆਂ ਲੋੜਾਂ ਹੀ ਮਸਾਂ ਪੂਰੀਆਂ ਹੁੰਦੀਆਂ ਨੇ ਤਾਂ ਉਹ ਵੀ ਮੈਕਸਿਮਮ ਨਸ਼ੇ 'ਚ ਹੁੰਦੇ ਨੇਗੇ, ਹੈ ਨਾ। ਤਾਂ ਮੈਂ ਕਹਿੰਦੀ ਉਹਦੇ ਤੋਂ ਸਾਨੂੰ ਪਹਿਲਾਂ ਆਪਦੇ ਘਰ ਵੱਲ ਦੇਖਣਾ ਚਾਹੀਦਾ ਕਿ ਕਿਵੇਂ ਹਰ ਪਾਸਿਓਂ ਹੱਥ ਘੁੱਟ ਕੇ ਸਾਡੇ ਮਾਂ-ਬਾਪ ਨੇ ਸਾਨੂੰ ਪੜ੍ਹਾਇਆ। ਸਾਡੀ ਰਿਸ਼ਤੇਦਾਰੀ 'ਚ ਇੱਕ ਮੁੰਡਾ ਆ ਤਾਂ ਉਹਨਾਂ ਦਾ ਸਿਰਫ ਖੇਤੀਬਾੜੀ ਸੀਗੀ, ਖੇਤੀਬਾੜੀ ਕੋਈ ਬਹੁਤ ਵੱਡੀ ਚੀਜ਼ ਸੀਗੀ, ਘਰ ਦੇ 4-5 ਕਿੱਲਿਆਂ ਦੀ ਖੇਤੀ ਸੀਗੀ। ਫਿਰ ਵੀ ਉਹਦੇ ਮਾਂ-ਬਾਪ ਨੇ ਉਹਨੂੰ ਪੰਜਾਬ ਤੋਂ ਬਾਹਰ ਪੜ੍ਹਨ ਦੇ ਲਈ ਭੇਜਿਆ ਕਿਸੇ ਇੱਕ ਸਟੇਟ ਦੇ ਵਿੱਚ ਵੀ, ਤਾਂ ਕਿ ਇਹਦੀ ਜ਼ਿੰਦਗੀ ਬਣ ਜਾਵੇ, ਹੈ ਨਾ। ਤਾਂ ਬੱਚੇ ਨੇ ਕੀ ਕੀਤਾ, ਜਿਹੜੀ ਜਗ੍ਹਾ ਤੇ ਉਹਨਾਂ ਨੇ ਉਹਨਾਂ ਨੂੰ ਪੜ੍ਹਨ ਲਈ ਭੇਜਿਆ ਸੀ, ਘਰੋਂ ਮਸਾਂ ਫੀਸਾਂ ਵੀ ਉਹਨਾਂ ਨੂੰ ਮਤਲਬ ਪੂਰੀਆਂ ਕਰਕੇ ਭੇਜਦੇ ਰਹੇ, ਤਾਂ ਬੱਚਾ ਉੱਥੇ ਜਾ ਕੇ ਨਸ਼ੇ ਤੇ ਲੱਗ ਗਿਆ। ਹੁਣ ਜੇ ਆਪਾਂ ਕਹੀਏ ਕਿ ਮਾਂ-ਬਾਪ ਨੇ ਇਹ ਤਾਂ ਨਹੀਂ ਸੀ ਸੋਚਿਆ ਵੀ ਅਸੀਂ ਇਹਨੂੰ ਅੱਖਾਂ ਤੋਂ ਪਰੇ ਕਰ ਦਈਏ, ਜੋ ਕੁਛ ਕਰਨਾ ਇਹਨੇ ਕਰੀ ਜਾਵੇ। ਉਹਨਾਂ ਨੇ ਤਾਂ ਚੰਗਾ ਸੋਚ ਕੇ ਭੇਜਿਆ ਨਾ ਕਿ ਜੋ ਸਾਡੀ ਜ਼ਿੰਦਗੀ ਆ ਸਾਡੇ ਨਿਆਣੇ ਦੀ ਉਹ ਨਾ ਹੋਵੇ, ਸਾਡੇ ਨਾਲੋਂ ਚੰਗੀ ਹੋਵੇ ਇਹਦੀ ਜ਼ਿੰਦਗੀ, ਹੈ ਨਾ। ਉਹ ਆਸਾਂ ਉਮੀਦਾਂ ਲਾਈ ਬੈਠੇ ਵੀ ਉੱਥੋਂ ਪੜ੍ਹ ਕੇ ਆਊਗਾ, ਕੋਰਸ ਕਰਕੇ ਆਊਗਾ, ਚੰਗੀ ਨੌਕਰੀ ਤੇ ਜਾਊਗਾ ਤੇ ਸਾਡੇ ਵੀ ਘਰ ਦੇ ਹਾਲਾਤ ਬਦਲਣਗੇ, ਹੈ ਨਾ। ਉਹਨੇ ਜਿਹੜਾ ਕੁਛ ਪਹਿਲਾਂ ਕਰੇ ਮਾੜਾ ਮੋਟਾ ਜੁੜਿਆ ਹੋਇਆ ਸੀ ਉਹਨੇ ਉਹ ਵੀ ਆ ਕੇ ਖਤਮ ਕਰਤਾ, ਹੈ ਨਾ। ਮੈਂ ਕਹਿੰਦੀ ਥੋੜ੍ਹਾ ਜਿਹਾ ਆਪਾਂ ਨੂੰ ਨਿਆਣਿਆਂ ਨੂੰ ਸੋਚਣਾ ਚਾਹੀਦਾ, ਜਾਂ ਜਿਹੜੇ ਪੰਜਾਬ 'ਚ ਵੀ ਬਾਹਰਲੀਆਂ ਸਟੇਟਾਂ ਤੋਂ ਪੜ੍ਹ ਕੇ ਆ ਰਹੇ ਨੇ ਜਾਂ ਆਪਣੇ ਨਿਆਣੇ ਇੱਥੇ ਪੜ੍ਹ ਰਹੇ ਨੇ ਜਾਂ ਬਾਹਰ ਜਾ ਰਹੇ ਨੇਗੇ, ਕਿ ਤੁਹਾਨੂੰ ਘਰੋਂ ਕਿਵੇਂ ਭੇਜਿਆ ਗਿਆ ਅਤੇ ਕੀ ਸੋਚ ਕੇ ਭੇਜਿਆ ਗਿਆ, ਹੈ ਨਾ। ਇਹਨਾਂ ਚੀਜ਼ਾਂ ਨੂੰ ਨਿਆਣੇ ਧਿਆਨ 'ਚ ਰੱਖਣਗੇ ਤਾਂ ਮੈਨੂੰ ਲੱਗਦਾ ਕਿਸੇ ਹੱਦ ਤੱਕ ਉਹ ਆਪਣੇ ਆਪ ਨੂੰ ਬਚਾ ਸਕਦੇ ਨੇ। ਤੁਹਾਨੂੰ ਕੋਈ ਨਹੀਂ ਬਚਾ ਸਕਦਾ ਅੱਜ ਦੇ ਸਮੇਂ 'ਚ, ਜਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਬਚਾਉਣਾ ਚਾਹੁੰਦੇ, ਹੈ ਨਾ। ਕਦੇ ਇੱਕ ਚੀਜ਼ ਹੋਰ ਬਹੁਤ ਜ਼ਿਆਦਾ ਜ਼ਰੂਰੀ ਆ, ਮੈਨੂੰ ਲੱਗਦਾ ਕਿ ਆਪਾਂ ਨੂੰ ਇਹ ਭੁੱਲਣੀ ਨਹੀਂ ਚਾਹੀਦੀ, ਇਸ ਚੀਜ਼ ਤੇ ਵੀ ਗੱਲ ਕਰਨੀ ਚਾਹੀਦੀ ਹੈ। ਜਿਵੇਂ ਕਈ ਵਾਰ ਤੁਸੀਂ ਆਪਣੇ ਨਿਆਣੇ ਨੂੰ ਸਪੋਰਟਸ 'ਚ ਪਾਉਂਦੇ ਹੋ, ਹੈ ਨਾ, ਜਾਂ ਤੁਹਾਡਾ ਨਿਆਣਾ ਕਹਿ ਦਿੰਦਾ ਕਿ ਇੱਕ ਏਜ 'ਚ ਮੇਰਾ ਜਿੰਮ ਜਾਣਾ ਜ਼ਰੂਰੀ ਆ, ਹੈ ਨਾ। ਬੱਚੇ ਬਹੁਤ ਛੋਟੀ ਉਮਰ ਦੇ ਨਿਆਣੇ ਜਿੰਮ ਜਾ ਰਹੇ ਨੇ। ਮੈਨੂੰ ਲੱਗਦਾ ਕਿ ਉੱਥੇ ਵੀ ਨਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਇਸ ਸਪੋਰਟਸ ਲਈ ਜੇ ਕੋਈ ਸਪਲੀਮੈਂਟ ਰਿਕਮੈਂਡ ਕਰ ਰਿਹਾ ਜਾਂ ਤੁਹਾਨੂੰ ਕਿੱਦਾਂ ਦੇ ਪ੍ਰੋਟੀਨ ਰਿਕਮੈਂਡ ਕੀਤੇ ਜਾ ਰਿਹਾ, ਤਾਂ ਉਹਦੇ ਤੇ ਵੀ ਮਾਂ ਪਿਓ ਨੂੰ ਬਹੁਤ ਅਵੇਅਰ ਹੋ ਕੇ ਨਿਗਾਹ ਰੱਖਣੀ ਚਾਹੀਦੀ ਆ। ਕਿਉਂਕਿ ਅੱਜ ਕੱਲ੍ਹ ਇੰਨਾ ਜ਼ਿਆਦਾ ਕੰਪੀਟੀਸ਼ਨ ਆ ਗੁਰਦੀਪ ਕਿ ਨਿਆਣੇ ਕਿੱਦਾਂ ਦੀਆਂ ਚੀਜ਼ਾਂ ਲੈ ਰਹੇ ਨੇ ਕਿ ਮੈਂ ਇਸ ਖੇਡ ਨੂੰ ਜਿੱਤ ਲਵਾਂ, ਹੈ ਨਾ। ਆਪਾਂ ਸੋਚ ਵੀ ਨਹੀਂ ਸਕਦੇ, ਆਪਣੀ ਕਲਪਨਾ ਤੋਂ ਬਾਹਰ ਦੀਆਂ ਚੀਜ਼ਾਂ ਨੇ। ਬਿਲਕੁਲ। ਤੇ ਕਿੰਨੇ ਬੱਚੇ ਨੇ ਜਿਹੜੇ ਜਿੰਮ 'ਚ ਇਹੋ ਜਿਹੀਆਂ ਚੀਜ਼ਾਂ ਲੈ ਰਹੇ ਨੇ ਕਿ ਉਹਨਾਂ ਨੂੰ ਬਾਅਦ 'ਚ ਉਹਨਾਂ ਚੀਜ਼ਾਂ ਦੀ ਆਦਤ ਪੈ ਜਾਂਦੀ ਆ, ਹੈ ਨਾ। ਆਪਾਂ ਨੂੰ ਲੱਗਦਾ ਕਿ ਇਹ ਨਿਆਣੇ ਲਈ ਜ਼ਰੂਰੀ ਆ, ਆਪਾਂ ਕਹਿੰਦੇ ਕਿ ਇੰਨੀ ਡਾਈਟ ਨਿਆਣੇ ਲਈ ਜ਼ਰੂਰੀ ਆ, ਪਰ ਤੁਸੀਂ ਉਹ ਚੀਜ਼ ਤੇ ਅੱਖ ਜ਼ਰੂਰ ਰੱਖੋ ਕਿ ਇਹ ਡਾਈਟ ਸਹੀ ਵੀ ਆ ਜਾਂ ਨਹੀਂ। ਆਪਾਂ ਕਹਿੰਦੇ ਹੁੰਦੇ ਨਾ ਕਿ ਤੁਸੀਂ 24 ਘੰਟੇ ਨਿਆਣੇ ਨੂੰ ਦੇਖ ਨਹੀਂ ਸਕਦੇ, ਪਰ ਤੁਹਾਡੀ ਨਿਗਾਹ ਉਹਦੇ ਤੇ ਹੀ ਹੋਣੀ ਚਾਹੀਦੀ ਹੈ, ਹੈ ਨਾ। ਤੇ ਮੈਨੂੰ ਲੱਗਦਾ ਕਿ ਇਹ ਕੋਈ ਵੀ ਗਲਤ ਚੀਜ਼ ਨਹੀਂ ਹੈਗੀ ਵੀ ਜੇ ਤੁਸੀਂ ਆਪਣੇ ਨਿਆਣੇ ਦੇ ਪਿੱਛੋਂ ਉਹਦਾ ਕਮਰਾ ਚੈੱਕ ਕਰਦੇ ਹੋ ਜਾਂ ਉਹਦਾ ਬਾਥਰੂਮ ਚੈੱਕ ਕਰਦੇ ਹੋ, ਉਹਦਾ ਬੈਗ ਚੈੱਕ ਕਰਦੇ ਹੋ, ਜਾਂ ਫਿਰ ਜਿਹੜੀਆਂ ਚੀਜ਼ਾਂ ਉਹ ਕੰਜ਼ਿਊਮ ਕਰ ਰਿਹਾ ਉਹਨਾਂ ਦੇ ਜਿਹੜੇ ਸਾਲਟ ਨੇ, ਸਪਲੀਮੈਂਟ ਕਿੱਦਾਂ ਦੇ ਉਹ ਲੈ ਰਿਹਾ, ਤੁਸੀਂ ਕਿਸੇ ਐਕਸਪਰਟ ਬੰਦੇ ਨੂੰ ਜ਼ਰੂਰ ਦਿਖਾਓ, ਹੈ ਨਾ। ਕਿਉਂਕਿ ਹੁਣ ਸਮਾਂ ਹੀ ਇੱਦਾਂ ਦਾ ਆ ਗਿਆ ਗੁਰਦੀਪ ਕਿ ਕਈ ਵਾਰੀ ਚੀਜ਼ਾਂ ਤੁਹਾਨੂੰ ਕਿਵੇਂ ਦੇ ਦਿੱਤੀਆਂ ਜਾਂਦੀਆਂ ਨੇ, ਤੁਹਾਨੂੰ ਨਿਆਣੇ ਨੂੰ ਕੰਜ਼ਿਊਮ ਕਰਨ ਵਾਲੇ ਨੂੰ ਨਹੀਂ ਪਤਾ ਹੁੰਦਾ ਕਿ ਇਹ ਚੀਜ਼ ਮੇਰੇ ਲਈ ਸਹੀ ਹੈ। ਉਹਨੂੰ ਲੱਗਦਾ ਕਿ ਜੇ ਮੈਨੂੰ ਕੋਈ ਗਾਈਡ ਕਰ ਰਿਹਾ, ਮੈਨੂੰ ਕੋਈ ਪਲੇਅਰ ਗਾਈਡ ਕਰ ਰਿਹਾ ਵੀ ਤੂੰ ਆਹ ਚੀਜ਼ ਲੈ ਲਾ, ਤਾਂ ਉਹ ਲੈਣੀ ਸ਼ੁਰੂ ਕਰ ਦਿੰਦਾ। ਜੇ ਮੈਨੂੰ ਕੋਈ ਟ੍ਰੇਨਰ ਗਾਈਡ ਕਰ ਰਿਹਾ ਤੂੰ ਇਹ ਚੀਜ਼ ਲੈ ਲਾ, ਉਹ ਲੈਣੀ ਸ਼ੁਰੂ ਕਰ ਦਿੰਦਾ, ਹੈ ਨਾ। ਤੇ ਮੈਨੂੰ ਲੱਗਦਾ ਕਿ ਉੱਥੇ ਵੀ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਤੇ ਇਹ ਬਹੁਤ ਜ਼ਿਆਦਾ ਲਾਜ਼ਮੀ ਚੀਜ਼ ਹੈ। ਮੈਂ ਕਹਿੰਦੀ ਹਾਂ ਕਿ ਹੋ ਸਕਦਾ ਮਾਂ-ਬਾਪ ਤੁਹਾਡੇ ਨਾਲ ਹਰ ਥਾਂ ਹਾਜ਼ਰ ਨਾਜ਼ਰ ਨਾ ਹੋਣ, ਪਰ ਤੁਸੀਂ ਤਾਂ ਹੈਗੇ ਹੋ ਨਾ। ਸਾਨੂੰ ਆਪ ਨੂੰ ਵੀ ਨਿਆਣਿਆਂ ਨੂੰ ਬਹੁਤ ਸੁਚੇਤ ਹੋਣਾ ਚਾਹੀਦਾ ਹੈ ਕਿ ਮੈਂ ਕੀ ਖਾ ਰਿਹਾ, ਕੌਣ ਮੈਨੂੰ ਕੀ ਦੇ ਰਿਹਾ ਆ, ਇਹਦਾ ਪਰਪਸ ਕੀ ਆ। ਅੱਜ ਕੱਲ੍ਹ ਆਪਾਂ ਹਰ ਚੀਜ਼ ਨਿਆਣੇ ਗੂਗਲ 'ਤੇ ਸਰਚ ਕਰ ਲੈਂਦੇ ਨੇਗੇ। ਜਿਵੇਂ ਸਾਡੀ ਜਾਣਕਾਰੀ 'ਚ ਇੱਕ ਮੁੰਡਾ ਆ, ਉਹ ਹਲੇ 18 ਦਾ ਨਹੀਂ ਹੋਇਆ, 18 ਤੋਂ ਪਹਿਲਾਂ ਉਹਨੇ ਜਿੰਮ ਸ਼ੁਰੂ ਕਰ ਲਿਆ। ਹਾਲਾਂਕਿ 18 ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਜਿੰਮ ਸ਼ੁਰੂ ਕਰਨਾ ਚਾਹੀਦਾ, ਤੇ ਉਹਨੇ ਨਾਲ ਸਪਲੀਮੈਂਟ ਲੈਣੇ ਵੀ ਸ਼ੁਰੂ ਕੀਤੇ। ਫਿਰ ਉਹਦੀ ਮਦਰ ਨੇ ਇੱਕ ਤੇ ਦੇਖਿਆ ਵੀ ਇਹ ਖਾਂਦਾ ਕੀ ਆ, ਹੈ ਨਾ। ਫਿਰ ਉਹਨੇ ਪੁੱਛਿਆ ਵੀ ਤੂੰ ਇਹ ਕੀ ਖਾਂਦਾ, ਪ੍ਰੀ ਵਰਕਆਊਟ ਲੈ ਰਿਹਾ ਸੀ ਉਹਨੇ ਬੰਦ ਕੀਤਾ ਉਹਦਾ। ਪਹਿਲੀ ਗੱਲ ਤਾਂ ਕਹਿੰਦੇ ਮੈਨੂੰ ਤੇਰਾ ਜਿੰਮ ਜਾਣਾ ਨਹੀਂ ਪਸੰਦ, ਘਰੇ ਜਿੰਨੀ ਮਰਜ਼ੀ ਤੂੰ ਐਕਸਰਸਾਈਜ਼ ਕਰ ਲਾ, ਤੂੰ ਭੱਜਣ ਜਾ ਸਵੇਰੇ ਉੱਠ ਕੇ, ਤੂੰ ਘਰ ਦਾ ਕੋਈ ਕੰਮ ਕਰ ਲੈ, ਘਰੇ ਜਿੰਨੀ ਤੇ ਤੂੰ ਐਕਸਰਸਾਈਜ਼ ਹੋ ਸਕਦੀ ਹੈ ਓਨੀ ਕਰ, ਹਾਲੇ ਤੈਨੂੰ ਜਿੰਮ ਦੀ ਜ਼ਰੂਰਤ ਨਹੀਂ। ਤੇ ਦੂਸਰੀ ਗੱਲ, ਜਿਹੜਾ ਤੂੰ ਪ੍ਰੀ ਵਰਕਆਊਟ ਲੈ ਰਿਹਾ ਇਹਦੀ ਤਾਂ ਤੈਨੂੰ ਬਿਲਕੁਲ ਹੀ ਜ਼ਰੂਰਤ ਹੈ ਨਹੀਂ, ਹੈ ਨਾ। ਕਿ ਤੁਹਾਨੂੰ ਪਤਾ ਹੈ ਕਿ ਤੁਹਾਡੀ ਏਜ ਦੇ ਲਈ ਇਹ ਜ਼ਰੂਰੀ ਹੈਗਾ ਕਿ ਨਹੀਂ ਹੈਗਾ ਨਾ। ਇਹ ਮੈਂ ਕਹਿੰਦੀ ਹਾਂ ਕਿ ਕੋਈ ਸਾਡਾ ਧਿਆਨ ਰੱਖੇ
ਤਾਂ ਨਿਆਣੇ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਆਪਣਾ ਧਿਆਨ ਰੱਖਣਾ ਆ। ਹੁਣ ਛੋਟੇ ਛੋਟੇ ਚੀਜ਼ਾਂ ਹੀ ਨੇ, ਦੇਖੋ ਬੱਚੇ ਸਕੂਲਾਂ 'ਚ એનર્ਜੀ ਡਰਿੰਕਸ ਲੈ ਰਹੇ ਨੇ, ਕੀ ਜ਼ਰੂਰਤ ਆ ਉਹਨਾਂ ਦੀ? ਸਾਨੂੰ ਪਤਾ ਹੈ ਕਿ ਇਹਨਾਂ ਦੇ ਵਿੱਚ ਕੀ ਆ, ਜਿਹੜੀ ਚੀਜ਼ ਇੱਕ ਫੈਸ਼ਨ ਬਣਾ ਕੇ ਪ੍ਰਮੋਟ ਕੀਤਾ ਜਾਂਦਾ ਚੀਜ਼ਾਂ ਤੇ ਜਿਹੜੀ ਚੀਜ਼ ਤੁਹਾਡੀ ਬਾਡੀ ਨੂੰ ਇੱਕਦਮ એનર્ਜੀ ਦਿੰਦੀ ਹੈ, ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਉਹਦੇ ਸਾਲਟ ਕੀ ਨੇ, ਹਨਾ। ਤੇ ਇਹ ਵੀ ਨਿਆਣੇ ਸਟੇਟਸ ਦੇ ਚੱਕਰ 'ਚ ਕਈ ਵਾਰੀ, ਜਿਵੇਂ ਮੇਰੇ ਬੱਚੇ ਨੇ ਮੇਰੇ ਨਾਲ ਚੀਜ਼ਾਂ ਸਾਂਝੀਆਂ ਕਰਨਗੇ ਕਿ ਮੰਮਾ ਬੱਚੇ ਖੜੇ ਖੜੇ 5-5 ਡਰਿੰਕਸ ਪੀ ਜਾਂਦੇ ਨੇ, ਹਨਾ। ਤੇ ਇਹਦਾ ਮਤਲਬ ਤੁਸੀਂ ਆਪਣੇ ਨਿਆਣੇ ਨੂੰ ਜੇ ਪਾਕਟ ਮਨੀ ਦੇ ਰਹੇ ਹੋ ਤਾਂ ਤੁਸੀਂ ਉਹਨੂੰ ਪੁੱਛੋ ਵੀ ਤੂੰ ਸਕੂਲ 'ਚ ਖਾ ਕੇ ਕੀ ਆਇਆ। ਕਮ ਸੇ ਕਮ ਜੇ ਤੁਹਾਡਾ ਨਿਆਣਾ ਨਹੀਂ ਤੁਹਾਨੂੰ ਦੱਸ ਰਿਹਾ ਤਾਂ ਤੁਸੀਂ ਤਾਂ ਇਹ ਚੀਜ਼ ਦੇਖ ਸਕਦੇ ਹੋ ਕਿ ਉੱਥੇ ਕੰਟੀਨ 'ਚ ਸੇਲ ਕਿਹੜੀ ਚੀਜ਼ ਦੀ ਆ, ਹਨਾ, ਕੀ ਮਿਲਦਾ ਬੱਚਿਆਂ ਨੂੰ। ਜਿਵੇਂ ਤੁਸੀਂ ਨਿਆਣੇ ਨੂੰ ਗੱਲਾਂ 'ਚ ਲਾ ਕੇ ਕਰਦੀ ਜਿੰਨੇ ਮਰਜ਼ੀ ਕੋਰੇ ਸੱਚ ਲੈ ਲਓ, ਉਹਦੇ ਤੋਂ ਨਿਆਣਾ 1 ਮਿੰਟ 'ਚ ਚੀਜ਼ਾਂ ਵਕ ਦਿੰਦਾ, ਹਨਾ। ਆਪਾਂ ਗੱਲਾਂ 'ਚ ਸਭ ਕੁਝ ਪੁੱਛ ਲੈਂਦੇ ਹਾਂ। ਮੈਂ ਆਪਦੇ ਨਿਆਣਿਆਂ ਨੂੰ ਇਹ ਵੀ ਪੁੱਛ ਲੈਂਦੀ ਹਾਂ ਵੀ ਅੱਜ ਸਕੂਲ 'ਚ ਕੁਲਚਾ ਖਾਧਾ ਸੀ ਕਿ ਬਰਗਰ ਖਾਧਾ ਸੀਗਾ। ਪਰ ਗੱਲ ਕੀ ਹੈ ਕਿ ਅਸੀਂ ਕਈ ਵਾਰੀ ਚਾਹੇ ਬਹੁਤ ਅਵੇਅਰ ਹੁੰਦੇ ਹਾਂ, ਬਾਹਰੋਂ ਉਹਨੂੰ ਸੰਗਤ ਇਹੋ ਜਿਹੀ ਮਿਲ ਜਾਂਦੀ ਹੈ, ਉੱਥੇ ਫਿਰ ਅਸੀਂ ਕੁਛ ਵੀ ਨਹੀਂ ਕਰ ਸਕਦੇ, ਹਨ। ਸੋ ਪ੍ਰੋਗਰਾਮ ਗੱਲ ਤੇ ਗੱਲ 'ਚ ਅੱਜ ਦੇ ਇਸ ਐਪੀਸੋਡ 'ਚ ਇੰਨਾ ਹੀ। ਮੈਨੂੰ, ਗੁਰਦੀਪ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ, ਪਰ ਹਮੇਸ਼ਾ ਦੀ ਤਰ੍ਹਾਂ ਸਾਨੂੰ ਉਡੀਕ ਰਹੂਗੀ ਤੁਹਾਡੇ ਕਮੈਂਟਸ ਦੀ। ਤੇ ਅਸੀਂ ਹਰ ਪ੍ਰੋਗਰਾਮ ਦੇ ਤਕਰੀਬਨ ਕਮੈਂਟਸ ਪੜ੍ਹਦੇ ਹੀ ਹੁੰਦੇ ਹਾਂ, ਤੇ ਕਈ ਵਿਸ਼ੇ ਨੇ ਜਿਹੜੇ ਤੁਹਾਡੇ ਕਮੈਂਟਾਂ ਦੇ ਵਿੱਚੋਂ ਹੀ ਨਿਕਲ ਕੇ ਆਉਂਦੇ ਨੇ ਕਿ ਇਸ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਜਾਵੇ। ਤੇ ਆਪਾਂ ਵੀ ਡਿਸਕਸ ਕੀਤਾ ਸੀ, ਤੇ ਮੈਨੂੰ ਲੱਗਦਾ ਕਿ ਪਿਛਲੇ ਐਪੀਸੋਡ 'ਚ ਵੀ ਕਿਸੇ ਨੇ ਇਹ ਗੱਲ ਕਹੀ ਸੀਗੀ ਕਿ 17-18 ਸਾਲ ਦੇ ਬੱਚਿਆਂ ਦੇ ਲਈ ਇੱਕ ਐਪੀਸੋਡ ਕਰੋ। ਉਹ ਐਪੀਸੋਡ ਮੈਨੂੰ ਲੱਗਦਾ ਆਪਾਂ ਕੀਤਾ ਵੀ ਹੋਇਆ ਸੀ, ਤੇ ਉਹਦਾ ਇੱਕ ਪਾਰਟ ਇਹ ਵਾਲਾ ਐਪੀਸੋਡ ਵੀ ਹੋ ਸਕਦਾ ਹੈ। ਸੋ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ। ਅਸੀਂ ਅਗਲੇ ਐਪੀਸੋਡ 'ਚ ਤੁਹਾਨੂੰ ਮਿਲਾਂਗੇ। ਸਤਿ ਸ਼੍ਰੀ ਅਕਾਲ।